ਬਹੁਤ ਐਪਰੀਸ਼ੀਏਟ ਕਰਦਾ ਹਾਂ ਕਿ ਤੁਸੀਂ ਬੜੀ ਫੀਡਬੈਕ ਦਿੰਦੇ ਹੋ, ਅੱਛਾ ਲੱਗਦਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਇਨਟੂ ਦ ਲੇਟ ਸ਼ੋ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ। ਅਗਰ ਤੁਸੀਂ ਯੂਕੇ ਦੇ ਵਿੱਚ ਜਾਂ ਕਿਸੇ ਵੀ ਦੁਨੀਆ ਦੇ ਕੋਨੇ 'ਚ ਦੇਖਦੇ ਹੋ, ਬਹੁਤ ਐਪਰੀਸ਼ੀਏਟ ਕਰਦਾ ਹਾਂ ਕਿ ਤੁਸੀਂ ਬੜੀ ਫੀਡਬੈਕ ਦਿੰਦੇ ਹੋ, ਅੱਛਾ ਲੱਗਦਾ ਹੈ। ਅੱਛੀ ਵੀ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਹੈ, ਪਲੀਜ਼ ਦਿਆ ਕਰੋ। ਮੈਨੂੰ ਇਹ ਨਹੀਂ ਹੁੰਦਾ ਕਿ ਜ਼ਰੂਰੀ ਕਹਿਣਾ ਜੀ ਬੜਾ ਅੱਛਾ ਹੈ। ਕੋਈ ਗਲਤੀਆਂ ਹੁੰਦੀਆਂ ਜਾਣੇ ਪਲੀਜ਼ ਦੱਸਿਆ ਕਰੋ ਤਾਂ ਕਿ ਅਸੀਂ ਉਹਨੂੰ ਸੁਧਾਰ ਸਕੀਏ। ਬਿਕੋਜ਼ ਐਵਰੀ ਟਾਈਮ ਅੰਦਰ ਇਨਸਾਨ ਸਿੱਖਦਾ ਹੀ ਹੈ। ਸੋ ਜਦ ਤੱਕ ਤੁਹਾਡੀ ਫੀਡਬੈਕ ਨਹੀਂ ਆਏਗੀ ਅਤੇ ਸ਼ੋਅ ਦੀ ਇੰਪਰੂਵਮੈਂਟ ਨਹੀਂ ਹੋਏਗੀ। ਅਤੇ ਨਾਲ ਦੀ ਨਾਲ ਤੁਸੀਂ ਦੱਸਿਆ ਕਰੋ ਅਤੇ ਉਹਦੇ ਨਾਲ ਬੜਾ ਫਾਇਦਾ ਹੁੰਦਾ ਹੈ। ਅਸੀਂ ਜ਼ਰਾ ਜਾਗਰੂਕ ਰਹਿੰਦੇ ਹਾਂ, ਇੱਕਦਮ ਅਲਰਟ ਰਹਿੰਦੇ ਹਾਂ ਕਿ ਹਾਂ ਸ਼ੋਅ 'ਚ ਇਹ ਕਰਨਾ ਇਹ ਕਰਨਾ ਇਹ ਕਰਨਾ। ਤੁਹਾਨੂੰ ਪਤਾ ਥੋੜ੍ਹੀ ਮੈਨੂੰ ਲੱਗਦਾ ਜਦੋਂ ਕੋਵਿਡ ਟਾਈਮ 'ਤੇ ਆਪਣੇ ਜਿਹੜੇ ਮੇਰੇ ਗੈਸਟ ਆ ਪਹਿਲਾਂ ਆ ਚੁੱਕੇ ਨੇ, ਬੜੀ ਜਾਣੀ ਪਛਾਣੀ ਹਸਤੀ ਹੈਗੀ ਆ। ਉਹਨਾਂ ਦੇ ਜਿਹੜੀ ਦਸਤਾਰ ਅਤੇ ਆਪਣੇ ਜਿਹੜੀ ਦਾੜਾ ਸੀ ਨਾ ਉਹਨਾਂ ਦਾ, ਅਤੇ ਉਹਨੇ ਨੈਸ਼ਨਲ ਹੈਲਥ ਨੇ ਥੋੜ੍ਹੀ ਇੰਜੈਕਸ਼ਨ ਲਿੱਤੀ ਸੀਗੀ ਕਿ ਇਹਨੂੰ ਕਵਰ ਕਰਨਾ ਚਾਹੀਦਾ, ਵਾਲ ਜ਼ਰਾ ਹੈਗੇ ਨੇ ਅਤੇ ਉਹ ਬਹੁਤ ਉੱਥੇ ਨਾ ਇਫੈਕਟ ਹੁੰਦੇ ਨੇ ਜਦੋਂ। ਲੈਟ ਮੀ ਟੈਲ ਯੂ ਇਜ਼ ਔਰਗਨ ਟ੍ਰਾਂਸਪਲਾਂਟ ਸਰਜਨ। ਸੋ ਓਬਵੀਅਸਲੀ ਹੈਵਿੰਗ ਸੱਚ ਅ ਬਿਗ ਰਿਸਪੋਂਸਿਬਲ ਜੋਬ। ਇਹਨਾਂ ਲੋਕਾਂ ਨੂੰ ਵੀ ਦੇਖੋ ਦਿੱਕਤ ਆਉਂਦੀ ਹੈ ਕਿ ਤੁਸੀਂ ਇਹ ਕਰੋ, ਇਹ ਕਰੋ, ਉਹ ਕਰੋ। UK or the West countries is known for the rules and regulation, zero tolerance ਹੁੰਦੀ ਹੈ। ਤਾਂ ਉਹਨਾਂ ਨੇ ਆਪਣੇ ਮੇਰੇ ਗੈਸਟ ਨੇ ਮੈਂ ਦੱਸ ਦਿੰਦਾ ਆਪਣੇ ਸਰਦਾਰ ਰਜਿੰਦਰਪਾਲ ਇੱਕ ਆਈਡੀਆ ਮਾਰਾ ਸੀ। ਉਹਨਾਂ ਨੇ ਉਹ ਦਿਖਾਇਆ ਟਾਟਾ ਬਣ ਕੇ ਅਤੇ ਮਾਸਕ ਬਣ ਕੇ ਕਿ ਦਿਸ ਇਜ਼ ਹਾਊ ਕੈਨ ਬੀ ਡਨ। ਫਿਰ ਉਹਨਾਂ ਨੇ ਅਪਰੂਵ ਕੀਤਾ, ਦੈਨ ਹੀ ਕੈਰੀਡ ਔਨ ਡੂਇੰਗ ਆਪਣੀ ਜੋ ਸਰਜਰੀ ਕਰਦੇ ਸੀਗੇ। ਚਲੋ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਜੀ ਜਿਹੜਾ ਟੌਪਿਕ ਹੈ ਬਹੁਤ ਇੰਟਰਸਟਿੰਗ ਹੈ। ਇਟਸ ਅਬਾਊਟ ਦੀ ਔਰਗਨ ਡੋਨੇਸ਼ਨ ਜਿਹੜੀ ਹੁੰਦੀ ਹੈ। ਸਾਡੇ ਲੋਕਾਂ ਨੂੰ ਨੌਲੇਜ ਬੜੀ ਘੱਟ ਹੈ ਇਹਦੀ, ਕਿਉਂਕਿ ਅਸੀਂ ਨਾਮ ਹੀ ਸੁਣ ਕੇ ਨਾ ਔਰਗਨ ਡੋਨੇਸ਼ਨ ਦਾ ਡਰ ਜਾਂਦੇ ਹਾਂ। ਸੋ ਦੇਣੀ ਤਾਂ ਕੀ ਹੈਗੀ, ਅਸੀਂ ਨਾਮ ਸੁਣ ਕੇ ਡਰ ਜਾਂਦੇ ਹਾਂ। ਉਹਦੇ ਬਾਰੇ ਬਹੁਤ ਇੰਪੋਰਟੈਂਟ ਹੈ। ਇਜ਼ ਔਰਗਨ ਟ੍ਰਾਂਸਪਲਾਂਟ ਸਰਜਨ, ਉਹਨਾਂ ਨਾਲ ਡਾਇਰੈਕਟ ਗੱਲ ਕਰਾਂਗੇ। ਪਲੀਜ਼ ਤੁਸੀਂ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ, ਵੈਰੀ ਐਜੂਕੇਸ਼ਨ, ਵੈਰੀ ਇਨਫੋਰਮੇਟਿਵ। ਮੈਂ ਹੁਣ ਗੈਸਟ ਨੂੰ ਬੁਲਾ ਕੇ ਫਤਿਹ ਕਰਕੇ ਸ਼ੋਅ ਅੱਗੇ ਲਿਖਦੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਭਾਜੀ ਦੇਰ ਹੋ ਗਈ, ਤੁਸੀਂ ਤਾਂ ਜਾਣੇ ਪਛਾਣੇ ਹਸਤੀ ਆ, ਸਭ ਦੁਨੀਆ ਜਾਣਦੇ ਆ। ਥੈਂਕ ਯੂ, ਤੁਸੀਂ ਟਾਈਮ ਕੱਢ ਕੇ ਆਏ ਹੋ। ਹਾਲ ਹੀ ਕਿ ਜੂਨੀਅਰ ਡਾਕਟਰ ਸਟ੍ਰਾਈਕ 'ਤੇ ਨੇ, ਪਰ ਫਿਰ ਵੀ ਤੁਸੀਂ ਇੰਨੀ ਰਿਸਪੋਂਸੀਬਿਲਿਟੀ ਕਰਕੇ ਫਿਰ ਵੀ ਪਹੁੰਚੇ ਹੋ। ਥੈਂਕ ਯੂ ਜੀ। ਭਾਜੀ ਇਹੀ ਤਾਂ ਗੱਲਾਂ ਹੁੰਦੀਆਂ ਨੇ ਜਦੋਂ ਜੋਬ ਰਿਸਪੋਂਸੀਬਲ ਹੁੰਦਾ ਹੈ ਕਿ ਬੰਦੇ ਨੂੰ ਉਹਦੇ ਮੁਤਾਬਿਕ ਐਕਟ ਕਰਨਾ ਪੈਂਦਾ ਹੈ। ਤੁਸੀਂ ਔਰਗਨ ਦੇ ਜਿਹੜੇ ਹੈਗੇ ਨੇ ਟ੍ਰਾਂਸਪਲਾਂਟ ਸਰਜਨ ਹੋ। I cannot find a better person to talk about the organ donation than you, and ਬਹੁਤ ਅੱਛਾ ਲੱਗੇਗਾ ਭਾਜੀ ਜੋ ਲੋਕਾਂ ਨੂੰ ਇਨਫੋਰਮੇਸ਼ਨ ਮਿਲੇਗੀ। ਮੈਂ ਨਾ ਆਪਣੇ ਸਵਾਲ ਪੁੱਛਣ ਤੋਂ ਪਹਿਲਾਂ ਇੱਕ ਜਨਰਲ ਤੁਹਾਨੂੰ ਸਵਾਲ ਪੁੱਛਦਾ। ਮੈਂ ਹੁਣੇ ਜਦੋਂ ਸ਼ੋਅ ਖੋਲ੍ਹਿਆ ਮੈਂ ਕਹਿ ਕੇ ਹਟਿਆ, ਅਸੀਂ ਔਰਗਨ ਡੋਨੇਸ਼ਨ ਤੇ ਡਰਦੇ ਕਿਉਂ? ਨਾਮ ਸੁਣ ਕੇ ਅਸੀਂ ਕੰਮ ਜਾਂਦੇ ਹਾਂ ਅਤੇ ਡੋਨੇਸ਼ਨ ਤਾਂ ਕਰਨੀ ਕੀ ਹੈ ਔਰਗਨ ਦੀ, ਅਸੀਂ ਬਹੁਤ ਪਿੱਛੇ ਆ ਦੇ। ਜੀ ਬਿਲਕੁਲ। ਪਹਿਲਾਂ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਥੈਂਕ ਯੂ ਫॉर ਬ੍ਰਿੰਗਿੰਗ ਮੀ ਟੂ ਦਿਸ ਸ਼ੋ। ਇਟਸ ਅ ਆਨਰ ਐਂਡ ਅ ਪ੍ਰਿਵਿਲੇਜ। ਦੇਖੋ ਜੀ, ਦ ਥਾਟ ਆਫ ਆਰਗਨ ਡੋਨੇਸ਼ਨ ਇਟ ਇਟਸੈਲਫ ਇਜ਼ ਸਕੈਰੀ ਕਿ ਕੋਈ ਬੰਦਾ ਚੀਰ ਫਾੜ ਕਰਕੇ ਸਾਰੇ ਆਰਗਨ ਬੰਦੇ ਦੇ ਕੱਢਦਾ ਹੈ ਤੇ ਸਾਈਕੋਲੋਜੀਕਲੀ ਤੇ ਡੈਥ ਦੇ ਬਾਰੇ ਸੋਚ ਕੇ ਬੰਦੇ ਨੂੰ ਡਰ ਲੱਗਦਾ ਹੈ ਕਿ ਡੈਥ ਦੇ ਬਾਅਦ ਜੇ ਫਿਰ ਆਰਗਨ ਕੱਢੇ ਜਾਣ ਤੇ ਸਾਈਕੋਲੋਜੀਕਲੀ ਇਹ ਸਿਰਫ ਆਮ ਬੰਦੇ ਤੇ ਨਹੀਂ, ਐਜ਼ ਡਾਕਟਰਸ ਐਂਡ ਐਜ਼ ਅ ਟ੍ਰਾਂਸਪਲਾਂਟ ਸਰਜਨ ਆਈ ਐਮ ਔਨ ਦ ਆਰਗਨ ਰਜਿਸਟਰ, ਪਰ ਫਿਰ ਵੀ ਮੈਂ ਵੀ ਥੋੜਾ ਘਬਰਾਉਂਦਾ ਤੇ ਹੈਗਾ ਹੀ ਆ ਕਿਉਂਕਿ those thoughts are not very pleasing. So it's not surprising that people are feeling scared about it. It's a humane thing. ਅਤੇ ਚਲੋ ਭਾਜੀ ਬੜੀ ਇੱਦਾਂ ਮੈਨੂੰ ਲੱਗਦਾ ਬਹੁਤ ਅੱਛਾ ਟੌਪਿਕ ਹੈ, ਕਿਉਂਕਿ ਗੈਸਟ ਮਿਲਣੇ ਬੜੇ ਮੁਸ਼ਕਿਲ ਹੈ, ਔਰ ਸਪੈਸ਼ਲੀ ਅਗਰ ਤੁਹਾਡੇ ਵਰਗੇ ਪ੍ਰੋਫੈਸ਼ਨਲ ਬੰਦੇ ਨੇ ਰਾਈਟ ਇਨਫੋਰਮੇਸ਼ਨ ਦੇਣਗੇ ਤਾਂ ਲੋਕਾਂ ਨੂੰ ਮਦਦ ਹੋਏਗੀ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਾਂਗਾ ਜਿਹੜੇ ਹੈਗੇ ਨਾ ਵਾਟ ਡਿਫਰੈਂਟ ਟਾਈਪ ਆਫ ਡੋਨਰਸ, ਕੀ ਡਿਫਰੈਂਟ ਕੀ ਉਹਨਾਂ ਦੇ ਵਿੱਚ? ਜੀ ਸੋ ਇਹ ਡਿਪੈਂਡ ਕਰਦਾ ਹੈਗਾ ਔਨ ਦ ਡਿਫਰੈਂਟ ਆਰਗਨਸ ਦੈਟ ਵੀ ਵੁੱਡ ਲਾਈਕ ਟੂ ਟ੍ਰਾਂਸਪਲਾਂਟ। ਹੁਣ ਐਂਡ ਸਟੇਜ ਕਿਡਨੀ ਡਿਜ਼ੀਜ਼ ਵਾਸਤੇ ਕਿਡਨੀ ਟ੍ਰਾਂਸਪਲਾਂਟ ਹੈ, ਐਂਡ ਸਟੇਜ ਲਿਵਰ ਡਿਜ਼ੀਜ਼ ਵਾਸਤੇ ਲਿਵਰ ਟ੍ਰਾਂਸਪਲਾਂਟ ਹੈ। ਸੋ ਇੰਟੈਸਟਾਈਨਲ ਫੇਲੀਅਰ ਵਾਸਤੇ ਬਾਵਲ ਟ੍ਰਾਂਸਪਲਾਂਟ ਹੈ। ਜਿਹੜੇ ਸਿਲੈਕਟਡ ਡਾਇਬਟਿਕਸ ਨੇ ਉਹਨਾਂ ਵਾਸਤੇ ਪੈਨਕ੍ਰੀਅਸ ਟ੍ਰਾਂਸਪਲਾਂਟ ਹੈਗਾ। ਸੋ ਕੋਰਨੀਆ ਟ੍ਰਾਂਸਪਲਾਂਟ ਹੈ। ਇਸ ਤਰ੍ਹਾਂ ਦੇਰ ਆਰ ਲੋਟ ਆਫ ਆਰਗਨਸ ਦੈਟ ਕੈਨ ਬੀ ਟ੍ਰਾਂਸਪਲਾਂਟਡ। ਅਸੀਂ ਹਾਰਟ ਲੰਗ ਦੀ ਗੱਲ ਵੀ ਕਰ ਸਕਦੇ ਹਾਂ ਚੈਸਟ ਵਿੱਚ, ਬਟ ਮੈਂ ਐਬਡੋਮੀਨਲ ਟ੍ਰਾਂਸਪਲਾਂਟ ਸਰਜਨ ਹਾਂ। ਸੋ
I can give a bit more information in this area of mine. ਬਿਲਕੁਲ ਬਿਲਕੁਲ। Essentially ਇਸ ਤਰ੍ਹਾਂ ਹੁੰਦਾ ਹੈਗਾ ਹੈ ਕਿ ਜੇ organ fail ਕਰ ਜਾਣ ਤੇ ਜਾਂ ਤੇ ਤੁਸੀਂ ਉਹਨਾਂ ਦੀ ਰਿਪਲੇਸਮੈਂਟ ਕਰੋ ਬਾਏ ਮੈਡੀਸਿਨਸ ਜਾਂ ਕਿਡਨੀ ਦੇ ਲਈ ਡਾਇਲਿਸਿਸ ਹੈਗੀ ਹੈ, ਬਟ ਡਾਇਲਿਸਿਸ ਵੀ ਫਿਰ ਫਾਈਨਲੀ ਹਰ ਬੰਦਾ ਨਹੀਂ ਲੈ ਸਕਦਾ ਤੇ ਉਹਦੇ ਵੀ ਲੌਂਗ ਟਰਮ ਕੌਨਸੀਕੁਐਂਸਿਸ ਕਾਫੀ ਡੈਮੇਜਿੰਗ ਹੁੰਦੇ ਹੈ। ਲਿਵਰ ਦੀ ਤੇ ਡਾਇਲਿਸਿਸ ਹੀ ਨਹੀਂ ਹੈਗੀ, ਨਾ ਇੰਟੈਸਟਾਈਨ ਦੀ ਹੈ। ਇਸ ਕਰਕੇ ਫਿਰ ਇਹਨਾਂ ਆਰਗਨਸ ਵਾਸਤੇ ਦੈਨ ਯੂ ਨੀਡ ਅ ਰਿਪਲੇਸਮੈਂਟ। ਇਸ ਵੇਲੇ ਆਰਗਨ ਫੇਲ ਕਰ ਜਾਂਦੇ ਨੇ। ਅੱਜ ਕੱਲ੍ਹ ਹੁਣ ਮੈਡੀਕਲ ਸਾਇੰਸ ਕਾਫੀ ਤਰੱਕੀ ਕਰ ਗਿਆ ਐਂਡ ਯੂ ਕੈਨ ਹੁਣ ਕਿਹੜੇ ਟਾਈਪ ਦੇ ਡੋਨਰ ਅਵੇਲੇਬਲ ਨੇ। ਆਬਵੀਅਸਲੀ ਹਾਰਟ ਐਂਡ ਲੰਗ ਵਾਸਤੇ ਯੂ ਹੈਵ ਟੂ ਹੈਵ ਡਿਸੀਜ਼ਡ ਡੋਨਰ। ਲਿਵਰ ਵਾਸਤੇ ਵੀ ਯੂ ਕੈਨ ਹੈਵ ਲਾਈਵ ਡੋਨਰ ਜਿਹਦੇ ਵਿੱਚ ਕੋਈ ਬੰਦਾ ਆਪਣਾ ਅੱਧਾ ਲਿਵਰ ਦੇ ਦੇਵੇ, ਔਰ ਯੂ ਕੈਨ ਹੈਵ ਫੁੱਲ ਹੋਲ ਆਰਗਨ ਫਰਮ ਅ ਡਿਸੀਜ਼ ਡੋਨਰ। ਕਿਡਨੀ ਹਰ ਬੰਦੇ ਦੀ ਦੋ ਹੁੰਦੀ ਹੈ, ਸੋ ਸਿਲੈਕਟਡ ਪੀਪਲ ਕੈਨ ਸੇਫਲੀ ਡੋਨੇਟ ਅ ਕਿਡਨੀ ਐਜ਼ ਵੈਲ। ਪੈਨਕ੍ਰੀਅਸ ਆਮ ਤੌਰ ਤੇ ਡਿਸੀਜ਼ ਡੋਨਰ ਦਾ ਹੀ ਲਿਆ ਜਾਂਦਾ ਹੈਗਾ। ਸੋ ਥੀਸ ਆਰ ਦ ਟੂ ਆਰਗਨ ਡੋਨੇਸ਼ਨਸ, ਲਿਵਿੰਗ ਡੋਨਰ ਤੇ ਡਿਸੀਜ਼ ਡੋਨਰ। ਗਾਹਾਂ ਡਿਸੀਜ਼ ਡੋਨਰ ਜਿਹੜੇ ਨੇ ਉਹ ਦੋ ਟਾਈਪ ਦੇ ਹੁੰਦੇ ਆ। ਇੱਕ ਹੁੰਦਾ ਹੈ ਜਿਹੜੇ ਬੰਦੇ ਬ੍ਰੇਨ ਡੈਡ ਹੁੰਦੇ ਆ, ਯੂ ਕੈਨ ਸਰਟੀਫਾਈ ਦ ਬ੍ਰੇਨ ਸਟੈਮ ਐਸ ਡੈਥ has have died by doing some clinical tests and also some adjunct imaging where you see no blood supply going to the brain stem. ਤੇ technically ਉਹ brain dead donor ਗਿਣੇ ਜਾਂਦੇ ਨੇ, which form a large chunk of the donors from deceased cadaveric donors. ਤੇ ਦੂਸਰਾ ਹੁੰਦਾ ਹੈ donation after cardiac death, ਜਿਹਦੇ ਵਿੱਚ brain stem ਤੇ ਸ਼ਾਇਦ ਨਾ ਉਹਦੀ ਡੈਥ ਨਾ ਹੋਈ ਹੋਵੇ, ਲੇਕਿਨ ਜਿਹੜੀ ਸੱਟ ਵੱਜੀ ਹੁੰਦੀ ਹੈ ਜਾਂ ਕੋਈ ਹਾਈਪੋਕਸਿਕ ਬ੍ਰੇਨ ਡੈਮੇਜ ਹੋਇਆ ਹੁੰਦਾ ਹੈ, ਉਹਦੇ ਵਿੱਚ ਦ ਐਂਟਾਇਰ ਬ੍ਰੇਨ ਇਜ਼ ਵੈਜੀਟੇਟਿਵ ਐਂਡ ਦ ਪਰਸਨ ਇਜ਼ ਨਾਟ ਮੀਨਿੰਗਫੁਲੀ ਅਲਾਈਵ ਐਂਡ ਨਾਟ ਐਕਸਪੈਕਟਡ ਟੂ ਬੀ ਅਲਾਈਵ ਈਵਨ ਇਫ ਇਟ ਕੈਪਟ ਔਨ ਦ ਵੈਂਟੀਲੇਟਰ ਫॉर 30-20 years. ਸੋ ਉਸ ਵੇਲੇ ਫਿਰ ਫੈਮਿਲੀ ਜਿਹੜੀ ਹੈ ਉਹ ਡਿਸਾਈਡ ਕਰਦੀ ਹੈ ਵੀ ਡੋਂਟ ਵਾਂਟ ਆਵਰ ਨੀਅਰ ਐਂਡ ਡੀਅਰ ਵਨ ਟੂ ਸਫਰ ਐਂਡ ਲੈਟ ਹਿਮ ਪਾਸ ਅਵੇ। ਫਿਰ ਉਹਨਾਂ ਦੇ ਲਾਈਫ ਸਪੋਰਟ ਨੂੰ ਡਿਸਕਨੈਕਟ ਕੀਤਾ ਜਾਂਦਾ ਹੈ ਅੰਟਿਲ ਸਚ ਟਾਈਮ ਕਿ ਉਹਨਾਂ ਦਾ ਹਾਰਟ ਬੀਟ ਬੰਦ ਹੋ ਜਾਵੇ। ਫਿਰ ਥੋੜੀ ਵੇਟ ਦੇ ਬਾਅਦ ਫਿਰ ਦ ਪਰਸਨ ਇਜ਼ ਡਿਕਲੇਅਰਡ ਡੈਡ ਐਂਡ ਦੈਨ ਵੀ ਟੇਕ ਦ ਆਰਗਨਸ। ਉਹਨਾਂ ਨੂੰ DCD ਡੋਨਰ ਕਹਿੰਦੇ ਆ। ਸੋ ਦ ਕੈਡਾਵਰਿਕ ਡੋਨਰ ਇਜ਼ ਬ੍ਰੇਨ ਡੈਡ ਡੋਨਰ ਔਰ DBD ਡੋਨਰ। ਦੂਸਰਾ ਹੁੰਦਾ ਡੋਨੇਸ਼ਨ ਆਫਟਰ ਸਰਕੂਲੇਟਰੀ ਡੈਥ, ਜਿਹੜਾ ਸੈਕੰਡ ਟਾਈਪ ਮੈਂ ਦੱਸਿਆ। ਤੇ ਥਰਡ ਆਬਵੀਅਸਲੀ ਇਜ਼ ਦ ਲਾਈਫ ਡੋਨਰ। ਪਰ ਜੇ ਆਪਾਂ ਸਵਾਲ ਕਰਦੇ, ਮੈਂ ਥੋੜਾ ਜਿਹਾ ਆਪਣੇ ਸਵਾਲਾਂ ਤੋਂ ਬਾਹਰ ਜਾਵਾਂਗਾ, ਬਿਕੋਜ਼ ਤੁਸੀਂ ਆਰਗਨ ਜਿਹੜੇ ਟ੍ਰਾਂਸਪਲਾਂਟ ਸਰਜਨ ਹੈਗੇ ਹੋ। ਭਾਜੀ ਮੈਂ ਤਾਂ ਇਹ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਕਿ ਸੱਚ ਅ ਬਿਗ ਜੌਬ ਤੁਸੀਂ ਕਰਦੇ ਹੋ ਨਾ, ਰਿਸਪੌਂਸਿਬਲ ਜੌਬ ਹੈ। ਤੁਸੀਂ ਕਿਉਂ ਡਿਸਾਈਡ ਕਰਨਾ, ਹਾਊ ਡਿਡ ਯੂ ਕੁਆਲੀਫਾਈ ਫॉर ਦਿਸ? ਬੜੀ ਮਿਹਨਤ, ਬੜੀ ਹਾਰਡ ਵਰਕ, ਬੜੀ ਤੁਸੀਂ ਕਿੱਥੇ ਪਹੁੰਚੇ ਇਸ ਅਹੁਦੇ 'ਤੇ? ਹਾਊ ਡਿਡ ਯੂ ਮੈਨੇਜ ਟੂ ਡੂ ਦੈਟ? ਉਹ ਕਿਸ ਤਰ੍ਹਾਂ ਤੁਹਾਨੂੰ ਇਨਕਰੇਜਮੈਂਟ ਕਿਉਂ ਆਈ ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ? ਮੈਂ ਹੋਰ ਵੀ ਸਵਾਲ ਪੁੱਛਾਂਗਾ, ਬਟ ਦਿਸ ਇਜ਼ ਇੰਪੋਰਟੈਂਟ ਐਜ਼ ਵੈਲ। ਥੈਂਕ ਯੂ ਜੀ। ਮੈਂ ਯੂਨਾਈਟਿਡ ਕਿੰਗਡਮ ਆਉਣ ਤੋਂ ਪਹਿਲਾਂ ਮੈਂ ਪੰਜਾਬ 'ਚ ਜਨਰਲ ਸਰਜਨ ਸੀ, ਅੰਮ੍ਰਿਤਸਰ ਕੰਮ ਕਰਦਾ ਸੀ ਮੈਂ। ਤੇ I wanted to do a further specialization in an area where there was scope of widening the frontiers of medical science. Transplantation ਇੱਕ ਐਸੀ ਫੀਲਡ ਹੈ ਜਿਹੜੀ ਡਿਵੈਲਪਿੰਗ ਹੈਗੀ ਹੈ, ਇਹਦੇ ਵਿੱਚ ਰਿਸਰਚ ਦਾ ਵੀ ਸਕੋਪ ਹੈ and there is tremendous potential for doing more and more to get better outcome for our patients ਜਿਨ੍ਹਾਂ ਦੀਆਂ ਕਿਡਨੀਆਂ ਲਿਵਰ ਵਗੈਰਾ ਫੇਲ ਹੋ ਜਾਂਦੇ ਨੇ। ਸੋ ਇਹ ਰਿਸਰਚ ਤੇ ਨਿਊ ਬ੍ਰਾਂਚ ਦੇ ਹੋਣ ਕਰਕੇ ਇਟ ਐਕਸਾਈਟਡ ਮੀ ਐਂਡ ਦੈਨ ਆਈ ਗੋਟ ਫਰਦਰ ਟ੍ਰਾਂਸਪਲਾਂਟ ਟ੍ਰੇਨਿੰਗ ਫਰਮ ਯੂਨਾਈਟਿਡ ਸਟੇਟਸ। ਮੈਂ ਨਾਰਥ ਕੈਰੋਲਾਈਨਾ ਤੇ ਮਿਨੀਸੋਟਾ 'ਚ ਫਿਰ ਫੈਲੋਸ਼ਿਪ ਕਰਕੇ UK ਵਾਪਸ ਆਇਆ ਸੀ। ਭਾਜੀ ਇਹ ਤੁਹਾਡੇ ਬਚਪਨ ਦਾ ਸ਼ੌਂਕ ਸੀਗਾ ਕਿ ਕਿੱਦਾਂ, ਹਾਊ ਡਿਡ ਯੂ ਵਾਕ ਇਨਟੂ ਦਿਸ ਡਾਇਰੈਕਸ਼ਨ ਦੇ ਵਿੱਚ? ਕਿਉਂਕਿ ਬੰਦੇ ਚਾਈਲਡ 'ਚ ਕੁਝ ਹੁੰਦਾ ਨਾ, ਫੈਮਿਲੀ ਦੀ ਹਿਸਟਰੀ ਹੁੰਦੀ ਆ, ਜਾਂ ਤੁਹਾਨੂੰ ਬਚਪਨ ਦਾ ਸ਼ੌਂਕ ਸੀਗਾ? ਬਚਪਨ ਤੋਂ ਡਾਕਟਰ ਬਣਨ ਦਾ ਸ਼ੌਂਕ ਸੀਗਾ ਤੇ ਬਾਅਦ ਵਿੱਚ ਜਿਸ ਤਰ੍ਹਾਂ ਫਿਰ ਮੈਂ ਆਪਣੇ ਕੈਰੀਅਰ ਵਿੱਚ ਪ੍ਰੋਗਰੈਸ ਕੀਤਾ ਤੇ ਡਿਫਰੈਂਟ ਬ੍ਰਾਂਚਸ ਆਫ ਸਰਜਰੀਆਂ ਵੇਖੀਆਂ, ਫਿਰ ਉਸ ਦੇ ਬਾਅਦ ਟ੍ਰਾਂਸਪਲਾਂਟੇਸ਼ਨ ਐਜ਼ ਅ ਫੀਲਡ was most appealing to me and then I decided to specialize in it. ਭਾਜੀ ਮੇਰੇ ਪਾਸ ਬੜੇ ਇੰਟਰਸਟਿੰਗ ਨੇ, ਆਈ ਰੀਅਲੀ ਉਮੀਦ ਰੱਖਦਾ ਕਿ ਲੋਕ ਬਹੁਤ ਇੰਜੋਏ ਕਰਦੇ ਨੇ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਦੇਖਦੇ ਹੋ। ਭਾਜੀ ਇੱਕ ਆਪਾਂ ਲਫ਼ਜ਼ ਯੂਜ਼ ਕਰਦੇ ਹਾਂ ਕਿ ਬ੍ਰੇਨ ਡੈਡ ਹੋ ਗਿਆ, ਯਾ ਉਹ ਮੇਰੇ ਹਿਸਾਬ ਨਾਲ ਜਦੋਂ ਤੁਹਾਡਾ ਹਾਰਟ ਬੀਟ ਕਰਨਾ ਸਟਾਪ ਹੋ ਜਾਂਦਾ ਹੈ ਤੇ ਉਹਦੇ 'ਚ ਕੀ ਫਰਕ ਹੈ ਦੋਨਾਂ 'ਚ? ਕਿ ਬ੍ਰੇਨ ਡੈਡ ਉਹਦੇ ਨਾਲ ਹੀ ਹੋ ਜਾਂਦਾ ਹੈ ਕਿ ਜਦੋਂ ਤੁਹਾਨੂੰ ਹਾਰਟ ਥੋੜਾ ਸਟਾਪ ਹੋ ਜਾਂਦਾ ਬ੍ਰੇਨ ਥੋੜੀ ਦੇਰ ਚੱਲੀ ਜਾਂਦਾ? ਹਾਊ ਡਜ਼ ਦੈਟ ਵਰਕ? This is a very interesting question ਜੀ।
ਭਾਜੀ ਇਹ ਤਾਂ ਬੜਾ ਮੈਂ ਬੜਾ ਸੋਚਿਆ ਚੀਜ਼ ਨੂੰ ਕਿਉਂਕਿ ਅਸੀਂ ਲੋਕਾਂ ਚੀਜ਼ਾਂ ਦਾ ਧਿਆਨ ਨਹੀਂ ਦਿੰਦੇ ਨਾ। ਜੀ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਐਂਡ ਵੈਲਿਡ ਕੁਐਸਚਨ ਹੈ। ਜਿਸ ਵੇਲੇ ਹਾਰਟ ਬੰਦ ਹੁੰਦਾ ਹੈ ਤੇ ਆਕਸੀਜਨੇਟਿਡ ਬਲੱਡ ਜਿਹੜਾ ਆ ਰਿਹਾ ਹੈ ਲੰਗਸ ਤੋਂ ਤੇ ਹਾਰਟ ਵਿੱਚ ਜਿਹੜਾ ਆ ਰਿਹਾ ਤੇ ਬਾਡੀ ਨੂੰ ਸਪਲਾਈ ਕਰਦਾ ਪੰਪ ਕਰਕੇ ਹਾਰਟ, ਜਿਸ ਵੇਲੇ ਉਹ ਪੰਪ ਬੰਦ ਹੋ ਜਾਂਦਾ ਹੈ ਤੇ ਤਕਰੀਬਨ ਕਹਿੰਦੇ ਨੇ ਕਿ ਅਬਾਊਟ 7-8 ਮਿੰਟਸ ਵਿੱਚ ਬ੍ਰੇਨ ਜਿਹੜਾ ਹੈ ਉਹ ਕੰਪਲੀਟਲੀ ਇਨਫਾਰਕਟਡ ਹੋ ਜਾਂਦਾ ਹੈ, ਬ੍ਰੇਨ ਡੈਡ ਹੋ ਜਾਂਦਾ ਹੈ। ਹਾਂ 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 ਬਟ ਐਨੀਮਲ ਸਟੱਡੀਜ਼ ਵਿੱਚ ਜਿਨ੍ਹਾਂ ਨੇ ਰਿਸਰਚ ਕੀਤੀ ਹੈ ਉਹ ਕਹਿੰਦੇ ਨੇ ਕਿ ਮੇਬੀ ਜੇ ਇਹਨਾਂ ਦਾ ਹਾਰਟ ਬੰਦ ਹੋ ਜਾਂਦਾ ਹੈ, ਜੇ ਤੁਸੀਂ ਉਹਨਾਂ ਨੂੰ ਦੁਬਾਰਾ ਇਲੈਕਟ੍ਰਿਕ ਸ਼ੌਕ ਦੇ ਕੇ ਸਟਾਰਟ ਕਰੋ ਤੇ ਬੰਦਾ ਜੀ ਪਵੇਗਾ। ਉਹਨਾਂ ਨੇ ਸਟੱਡੀ ਕੀਤੀ ਹੈ ਤੇ ਬ੍ਰੇਨ ਦੇ ਸੈੱਲ ਤੇ ਮਰ ਜਾਂਦੇ ਨੇ ਪਰ ਇੱਕ ਅੱਧ ਸੈੱਲ ਦੀ ਫਲਿਕਰਿੰਗ 1 ਘੰਟੇ ਤੱਕ ਹੋਈ ਹੈ। ਰੀਅਲੀ ਹਾਊਐਵਰ ਕੋਈ ਬੰਦਾ ਖੜਾ ਹੋ ਕੇ ਗੱਲਬਾਤ ਕਰੇਗਾ ਉਹ 5 ਮਿੰਟ 4 ਮਿੰਟ ਤੋਂ ਜ਼ਿਆਦਾ ਨਹੀਂ ਹੈ। ਸੋ 7 to 8 ਮਿੰਟਸ 'ਚ ਤੁਸੀਂ ਸੇਫਲੀ ਕਹਿ ਸਕਦੇ ਹੋ ਕਿ ਜੇ ਕਿਸੇ ਦੀ ਬ੍ਰੇਨ ਦੀ ਸਰਕੂਲੇਸ਼ਨ ਕੱਟ ਆਫ ਹੋ ਗਈ ਹੈ ਬਿਕਾਜ਼ ਆਫ blood supply not going from the heart, then about 7 minutes and beyond brain ਜਿਹੜਾ ਇਨਫਾਰਕਟ ਕਰ ਜਾਂਦਾ ਹੈ। ਭਾਜੀ ਬਹੁਤ ਕਮਾਲ ਦੀ ਗੱਲ ਆ। ਦੇਖੋ ਅਸੀਂ ਇੱਦਾਂ ਦੀ ਗੱਲਾਂ ਨਹੀਂ ਸੋਚਦੇ। ਆਮ ਸ਼ੋਰ ਲੋਕਾਂ ਨੂੰ ਐਕਸਪੀਰੀਅੰਸ ਹੋਇਆ ਹੋਣਾ ਉਹਨਾਂ ਦੇ ਵਿਦ ਦੇਅਰ ਲਵਡ ਵਨਸ ਜਦੋਂ ਉਹਨਾਂ ਨੂੰ ਹਾਰਟ ਅਟੈਕ ਹੋਇਆ ਹੋਵੇਗਾ, ਹਾਰਟ ਫੇਲਰ ਹੋਇਆ ਹੋਵੇਗਾ ਤੇ ਵੀ ਡੋਂਟ ਇਵਨ ਥਿੰਕ ਕਿ ਉਹਨਾਂ ਦਾ ਹਾਲੇ ਦਿਮਾਗ ਥੋੜ੍ਹੇ 7-8 ਮਿੰਟ ਲਈ ਪ੍ਰੋਪਰ ਫੰਕਸ਼ਨ ਹੈਗਾ, ਪਰ ਬਿਕੋਜ਼ ਬਲੱਡ ਨਹੀਂ ਜਾਂਦਾ ਉਹਦੇ ਟਾਈਮ ਦੇ ਵਿੱਚ ਫਿਰ ਉਹ ਨੈਚੁਰਲੀ ਉਹ ਵੀ ਕੋਲੈਪਸ ਹੋ ਜਾਂਦਾ ਹੈ। ਇਸੇ ਕਰਕੇ ਉਸ ਟਾਈਮ 'ਚ ਇੰਟਰਵੀਨ ਜਿੰਨਾ ਛੇਤੀ ਕਰੀਏ ਅਸੀਂ ਆਪਣੇ ਨੀਅਰ ਐਂਡ ਡੀਅਰ ਵਨ ਨੂੰ ਵਾਪਸ ਲਿਆ ਸਕਦੇ ਹਾਂ ਕਾਰਡੀਓਪਲਮਨਰੀ ਰਿਸੈਸੀਟੇਸ਼ਨ ਕਰਕੇ। ਜੇ ਅਸੀਂ ਉਹਨੂੰ ਡਿਲੇ ਕਰ ਦਿੰਦੇ ਹਾਂ, ਜਿੱਦਾਂ ਇੰਡੀਆ ਵਿੱਚ ਜਾਗਰੂਕਤਾ ਨਹੀਂ ਹੈਗੀ ਹੈ, ਗੁਆਂਢੀਆਂ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੇ ਆ, ਉਹ ਦੇਖਿਓ ਜੀ ਕੀ ਹੋ ਗਿਆ, ਉਹ ਦੇਖੋ ਜੀ ਡੱਗੇ ਆ। ਰਾਦਰ ਇਹਨਾਂ ਕੰਟਰੀਆਂ ਵਿੱਚ ਲੋਕ ਸਤਰਕ ਨੇ, ਫਟਾਫਟ CPR ਸ਼ੁਰੂ ਕਰ ਦਿੰਦੇ ਨੇ, 1 ਮਿੰਟ ਨਹੀਂ ਗੁਆਉਂਦੇ। ਸੋ ਦ ਪ੍ਰੋਂਪਟਨੈਸ ਇਜ਼ ਵੈਰੀ ਇੰਪੋਰਟੈਂਟ। ਜੇ ਅਸੀਂ ਇਮੀਡੀਏਟਲੀ ਐਕਟ ਕਰੀਏ, ਜੇ ਕੋਈ ਬੰਦਾ ਕੋਲੈਪਸ ਕਰ ਗਿਆ ਤੇ ਹਾਰਟ ਬੀਟ ਨਹੀਂ ਹੈਗੀ, then the CPR should be given immediately and that is very important. ਜੇ ਅਸੀਂ 10 ਮਿੰਟ ਗਵਾ ਦਿੱਤੇ then it's usually too late. ਰੀਅਲੀ ਭਾਜੀ ਐਵਰੀ ਸੈਕਿੰਡ ਬੜਾ ਕ੍ਰੂਸ਼ਲ ਹੁੰਦਾ ਨਾ ਇੱਦਾਂ ਕੰਮਾਂ ਦੇ ਵਿੱਚ ਨੈਚੁਰਲੀ। ਜੀ, ਤੁਹਾਨੂੰ ਕੋਈ ਤੁਹਾਨੂੰ ਕਈ ਦਫਾ ਕੋਈ ਇਨਸੀਡੈਂਟ ਤੁਹਾਨੂੰ ਯਾਦ ਹੈਗਾ ਕਿ ਯੂ ਵਰ ਰੀਅਲੀ ਫਾਈਟਿੰਗ ਅਗੇਂਸਟ ਟਾਈਮ ਟੂ ਸੇਵ ਦ ਪੇਸ਼ੈਂਟ? ਆਮ ਸ਼ੋਰ ਬੜੇ ਹੋਏ ਹੋਣਗੇ ਇੱਦਾਂ ਦੇ ਤਾਂ। ਜੀ ਮੈਂ ਪੰਜਾਬ 'ਚ ਆਪਣੇ ਕੈਰੀਅਰ 'ਚ ਤੇ ਇਨ ਜਨਰਲ ਵੀ I have fortunately been present in the right place at the right time and prompt CR karke at least few people we have been able to save, and I particularly have put my effort with the grace of Vaheguru. But again ਇੱਕ ਦੋ cases ਸੀਗੇ ਜਿਹੜੇ ਵਾਪਸ ਨਹੀਂ ਰਿਵਾਈਵ ਹੋ ਸਕੇ because the underlying condition ਜਿਹਦੇ ਕਰਕੇ ਉਹ collapse ਕੀਤੇ ਸੀ, that was very devastating. ਤੇ ਭਾਜੀ ਮੈਂ ਥੋੜ੍ਹਾ ਮੇਰਾ ਨਾ ਹੁਣੀ ਦਿਮਾਗ 'ਚ ਆਇਆ ਕੁਐਸਚਨ, ਮੇਰੇ ਪਾਸ ਹੈ ਨਹੀਂ ਸੀਗਾ ਬਿਕੋਜ਼ ਤੁਸੀਂ ਟਾਕ ਕੀਤਾ ਨਾ ਕਿ ਅਸੀਂ ਹੁਣੀ ਹਾਰਟ ਦੀ ਗੱਲ ਕੀਤੀ ਹੈ, ਜਦੋਂ ਉਹਦੀ ਬੀਟਿੰਗ ਸਟਾਪ ਹੋ ਜਾਂਦੀ ਹੈ ਦੈਨ ਇਟ ਟੇਕਸ ਲਿਟਲ ਟਾਈਮ ਫॉर ਦ ਬ੍ਰੇਨ ਟੂ ਡਾਈ। ਜੇ ਉਹਨੂੰ ਤੁਸੀਂ ਰਿਵਰਸ ਕਰੋ, ਜੇ ਤੁਹਾਨੂੰ ਹੈਮਰੇਜ ਹੋ ਗਈ ਹੈ ਤੇ ਉਹਦੇ ਨਾਲ ਹਾਰਟ ਕਿੰਨੀ ਦੇਰ ਚੱਲਦਾ ਕਿ ਉਹ ਵੀ ਇਮੇਜ ਉਹਦਾ ਕੁਝ ਹੈਗਾ ਟਾਈਮ ਦਾ ਉਹਦਾ ਵੀ ਸੋ ਇਹਦੇ ਵਾਸਤੇ ਤੁਹਾਨੂੰ ਥੋੜੀ ਬੈਕਗਰਾਉਂਡ ਦਿੰਦਾ ਮੈਂ। ਪੁਰਾਣੇ ਜ਼ਮਾਨਿਆਂ ਵਿੱਚ ਕੀ ਹੁੰਦਾ ਸੀ ਕਿ ਕੋਈ ਬੰਦਾ ਲੈਟ ਅਸ ਸੇ ਸਮਬਡੀ ਹੈਜ਼ ਕਮ ਇਨਟੂ ਦ A&E ਵਿੱਚ ਬੰਦਾ ਲੈ ਕੇ ਆਏ ਤੇ ਉਹ ਬੰਦੇ ਦੀ ਡੈਥ ਹੋ ਗਈ, ਉਹਦਾ ਹਾਰਟ ਬੰਦ ਹੋ ਗਿਆ। ਹਾਂ, ਉਹਦੇ ਬਾਅਦ ਫਿਰ ਉਹ ਫੈਮਿਲੀ ਨਾਲ ਗੱਲ ਕਰਦੇ ਸੀ, would you want your near and dear one to donate ਜਾਂ would it be in line with his thoughts? ਫੈਮਿਲੀ ਕਹੇਗੀ yes why not, ਜੇ ਕਿਸੇ ਦਾ ਭਲਾ ਹੁੰਦਾ ਹੈ ਤਾਂ। ਫਿਰ ਕੋਰਨਰ ਕਹੇਗਾ ਹਾਂ I don't suspect any suspicious cause of death, go ahead. ਉਹਦੇ ਬਾਅਦ ਆਰਗਨ ਰਿਟਰੀਵਲ ਟੀਮ ਮੋਬਿਲਾਈਜ਼ ਹੋਏਗੀ, ਫਿਰ ਉਹਨੂੰ ਥੀਏਟਰ 'ਚ ਲੈ ਕੇ ਜਾਣਗੇ, ਫਿਰ ਉਹਦੇ ਆਰਗਨਸ ਨੂੰ ਕੱਢਿਆ ਜਾਏਗਾ। ਪਰ ਤੁਸੀਂ ਸੋਚੋ ਹਾਰਟ ਬੰਦ ਹੋ ਚੁੱਕਿਆ ਹੈ ਐਂਡ ਬਾਈ ਦਾ ਟਾਈਮ ਤੁਸੀਂ ਇਹ ਸਭ ਛੇਤੀ ਕਰਕੇ ਲੈ ਕੇ ਵੀ ਜਾਂਦੇ ਹੋ, ਅੱਧਾ ਘੰਟਾ 40 ਮਿੰਟ ਤੇ ਲੰਘ ਹੀ ਜਾਣਗੇ ਆਰਾਮ ਨਾਲ। ਤੇ ਇਸ ਕਰਕੇ ਉਹ ਆਰਗਨ ਵਿਦਆਊਟ ਪਰਫਿਊਜ਼ਨ ਜਿਹੜੇ ਨੇ ਉਹ ਡੈਮੇਜ ਹੋ ਜਾਂਦੇ ਹੈ। ਪੁਰਾਣੇ ਜ਼ਮਾਨਿਆਂ ਵਿੱਚ that was the way organ donation was done from deceased donors. ਫਿਰ ਬਦਲਾਵ ਆਇਆ ਕਿ ਇਹ ਨੋਟ ਕੀਤਾ ਕਿ there is a category of people ਜਿਨ੍ਹਾਂ ਦਾ ਬ੍ਰੇਨ ਵਿੱਚ ਹੈਮਰੇਜ ਹੋ ਗਿਆ, ਜਾਂ ਕੋਈ ਬੰਦੇ ਜਿਹੜੇ ਨੇ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਕਾਫੀ ਸਮੇਂ ਲੰਘ ਗਿਆ ਤੇ ਰਿਵਾਈਵ ਨਹੀਂ ਹੋਏ ਤੇ ਬ੍ਰੇਨ ਉਹਨਾਂ ਦਾ ਡੈਡ ਹੋ ਗਿਆ, ਔਰ ਫॉर ਐਨੀ ਅਦਰ ਰੀਜ਼ਨ ਉਹਨਾਂ ਦਾ ਬ੍ਰੇਨ ਜਿਹੜਾ ਡੈਡ ਹੋ ਚੁੱਕਿਆ ਹੈ। ਫਿਰ ਉਹ ਬੰਦੇ ਜਿਹੜੇ ਨੇ ਉਹ ਵੈਜੀਟੇਟਿਵ ਕਾਈਂਡ ਆਫ ਹੁੰਦੇ ਆ।
ਦੈਟ ਕੈਟੇਗਰੀ ਵਿੱਚ ਫਿਰ ਇੱਕ ਟੈਸਟਿੰਗ ਕਰਦੇ ਹਾਂ ਅਸੀਂ, ਜਿਹਨੂੰ ਕਹਿੰਦੇ ਨੇ ਬ੍ਰੇਨ ਸਟੈਮ ਟੈਸਟਿੰਗ। ਉਹ ਬ੍ਰੇਨ ਸਟੈਮ ਟੈਸਟਿੰਗ 'ਚ ਅਸੀਂ ਡਿਕਲੇਅਰ ਕਰ ਸਕਦੇ ਹਾਂ ਅੱਜਕੱਲ੍ਹ ਕਿ ਬੰਦਾ ਬ੍ਰੇਨ ਡੈਡ ਹੈ ਕਿ ਨਹੀਂ। ਵੈਸਟਰਨ ਵਰਲਡ 'ਚ ਕੀ ਹੋਇਆ 1970-75 ਦੇ ਦੌਰਾਨ, ਜਿਹੜੇ ਇਹਨਾਂ ਦੇ ਪੋਪ ਹੈਗੇ ਨੇ ਕ੍ਰਿਸਚੀਅਨ ਬੋਡੀ ਦੇ ਵੈਟੀਕਨ 'ਚ, ਉਹਨਾਂ ਨੇ ਐਕਸੈਪਟ ਕਰ ਦਿੱਤਾ ਕਿ ਦ ਚਰਚ ਐਕਸੈਪਟਸ ਬ੍ਰੇਨ ਡੈਥ ਇਜ਼ ਡੈਥ। ਨਹੀਂ ਤਾਂ ਉਸ ਤੋਂ ਪਹਿਲਾਂ ਲੋਕੀ ਕਹਿੰਦੇ ਸੀ ਕਿ ਜਦ ਤੱਕ ਦਿਲ ਨਹੀਂ ਬੰਦ ਹੁੰਦਾ ਬੰਦਾ ਨਹੀਂ ਮਰਿਆ। ਜਿਸ ਵੇਲੇ ਪੋਪ ਨੇ ਗੱਲ ਕਹਿਤੀ ਕਿ ਬ੍ਰੇਨ ਇਜ਼ ਵਾਟ ਵੀ ਆਰ, ਤੇ ਜੇ ਬ੍ਰੇਨ ਹੀ ਨਹੀਂ ਰਿਹਾ ਤੇ ਹਾਰਟ ਭਾਵੇਂ ਬੀਟ ਕਰਦਾ ਰਹੇ, ਇਟ ਇਜ਼ ਮੀਨਿੰਗਲੈਸ। ਇਹ ਗੱਲ ਵੈਸਟਰਨ ਵਰਲਡ 'ਚ ਪਹਿਲਾਂ ਜਾਗਰੂਕਤਾ ਆਈ। And after the declaration by Pope in the Vatican that I accept that brain death is death, ਪੂਰੇ ਵੈਸਟਰਨ ਕ੍ਰਿਸਚੀਅਨ ਵਰਲਡ ਦੇ ਵਿੱਚ ਆਰਗਨ ਡੋਨੇਸ਼ਨ ਦੀ ਬੂਮ ਹੋ ਗਈ ਐਂਡ ਆਰਗਨ ਡੋਨੇਸ਼ਨ ਇਹਨਾਂ ਮੁਲਕਾਂ ਵਿੱਚ ਜ਼ਬਰਦਸਤ ਤਰੀਕੇ ਨਾਲ ਸਪਰੈਡ ਹੋਇਆ। ਬਟ ਫॉर ਸਮ ਰੀਜ਼ਨ ਸਾਡੇ ਰਿਲੀਜੀਅਸ ਲੀਡਰਸ ਕੋਈ ਹੋਰ ਕੰਮਾਂ ਵਿੱਚ ਹੀ ਜ਼ਿਆਦਾ ਮਸ਼ਰੂਫ ਰਹਿੰਦੇ ਨੇ। ਬਟ ਜੇ ਸਮਾਜ ਕਲਿਆਣਕਾਰੀ ਕੰਮ ਵੀ ਥੋੜਾ ਇਸ ਪਾਸੇ ਫੋਕਸ ਕਰਨ ਤੇ ਇਟ ਵੁੱਡ ਬੀ ਸੋ ਗੁੱਡ ਫॉर ਆਵਰ India and Pakistan, Bangladesh, Indian subcontinent. We have so large population, but we have the least organ donation rates in the world. So that is a very very important thing. So coming back to your question, ਜੇ brain hemorrhage ਹੋ ਗਿਆ ਤੇ brain ਦੇ ਅੰਦਰ ਸਾਰਾ system ਹੀ ਖਤਮ ਹੋ ਗਿਆ, then basically we are dead, because we are, if we are able to think, if we can't think, then even if the heart is pumping blood into dead meat of the brain, it is no point, we are not alive. ਭਾਜੀ ਵੈਰੀ ਇੰਟਰਸਟਿੰਗ। ਦੇਖੋ ਹਾਰਟ ਤੇ ਤੁਹਾਨੂੰ ਕੋਈ ਮੈਸੇਜ ਨਹੀਂ ਦਿੰਦਾ, ਲੇਕਿਨ ਬ੍ਰੇਨ ਤੁਹਾਨੂੰ ਦੱਸਦਾ ਕਿ ਮੈਂ ਡੈਡ ਹੈ, ਕਿ ਤੁਹਾਨੂੰ ਕੋਈ ਸੋਚ ਥੋੜੀ ਚਲੇ ਜਾਂਦੀ ਹੈ ਟੋਟਲੀ। ਸੋ ਦਾ ਬ੍ਰੇਨ ਟੈਲਸ ਦਾ ਬੋਡੀ ਕਿ ਤੁਸੀਂ ਮਰ ਚੁੱਕੇ ਹੋ, ਲਾਈਕ ਯੂ ਨੋ ਵਾਟ ਆਈ ਮੀਨ। ਤੇ ਉਹ ਇਹ ਬੜਾ ਇੰਟਰਸਟਿੰਗ ਹੈਗਾ ਕਿ ਜਦੋਂ ਬ੍ਰੇਨ ਡੈਡ ਹੋ ਗਿਆ ਫਿਰ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਨਾ। ਜੀ ਵੈਰੀ ਇੰਟਰਸਟਿੰਗ, ਵੈਰੀ ਇੰਟਰਸਟਿੰਗ। ਭਾਜੀ ਤੁਸੀਂ ਨਾ ਯੂ ਮੈਂਸ਼ਨ ਡੋਨੇਸ਼ਨ ਆਫਟਰ ਸਰਕੂਲੇਟਰੀ ਡੈਥ, ਉਹ ਮੈਨੂੰ ਐਕਸਪਲੇਨ ਕੀ ਹੁੰਦਾ, ਵਾਟ ਇਜ਼ ਦੈਟ? This is a very very interesting topic ਤੇ ਇੰਡੀਆ ਪਾਕਿਸਤਾਨ ਵਾਸਤੇ ਬੜੀ ਵੱਡੀ ਸਮੱਸਿਆ ਹੈਗੀ। I will tell you how. ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਪੁਰਾਣੇ ਜ਼ਮਾਨੇ ਵਿੱਚ ਪਹਿਲੇ ਜਿਹੜੇ ਡੋਨੇਸ਼ਨ ਹੁੰਦੇ ਸੀ, ਕੋਈ ਬੰਦਾ ਆਇਆ A&E ਵਿੱਚ ਤੇ ਉਹਦੀ ਡੈਥ ਹੋ ਗਈ, ਹਾਰਟ ਬੰਦ ਹੋ ਗਿਆ, ਫਿਰ ਆਰਗਨ ਟ੍ਰਾਂਸਪਲਾਂਟ ਟੀਮ ਆ ਕੇ ਫਿਰ ਕੱਢਦੀ ਹੈ 2 ਘੰਟਿਆਂ ਬਾਅਦ। ਹੁਣ ਉਹਨਾਂ ਨੇ ਹੋਰ ਅੱਗੇ ਐਡਵਾਂਸਮੈਂਟ ਕੀਤੀ ਅੱਜ ਕੱਲ੍ਹ। ਹੁਣ ਹੁੰਦਾ ਇਹ ਹੈ ਕਿ ਜੇ ਕੋਈ ਵੀ ਪੇਸ਼ੈਂਟ ICU ਵਿੱਚ ਐਡਮਿਟ ਹੁੰਦਾ ਹੈ, then UK western world which na there is a law that the ICU team will have to inform the specialist nurse for organ donation, which is attached to every ICU in the western world. ਉਹ ਜਿਹੜੀ ਸਪੈਸ਼ਲਿਸਟ ਨਰਸ ਹੈ ਉਹ ਫਟਾਫਟ ਇੱਕ ਟ੍ਰਾਇਜ ਕਰਦੀ ਹੈ, ਅਸੈਸ ਕਰਦੀ ਹੈ ਦੇਖ ਕੇ ਕਿ ਇਹ ਪੇਸ਼ੈਂਟ ਬ੍ਰੇਨ ਡੈਡ ਹੈ ਕਿ ਨਹੀਂ। ਜੇ ਬ੍ਰੇਨ ਡੈਡ ਹੈਗਾ then it becomes the property of the NHSBT, ਤੇ ਜੇ ਉਹ ਬ੍ਰੇਨ ਡੈਡ ਨਹੀਂ ਹੈਗਾ ਲੇਕਿਨ ਉਹਦਾ ਬ੍ਰੇਨ ਇੰਨਾ ਡੈਮੇਜਡ ਹੈਗਾ ਕਿ he cannot live meaningfully and he will be vegetative, then they talk to the family, they talk to the ICU team as a group, they decide and say, well, this person is not alive in real sense, although he is not meeting the criteria for brain stem death, so he is not brain dead, but his brain actually is dead in the sense ਕਿ ਬਾਕੀ ਦਾ brain ਸਾਰਾ ਖਤਮ ਹੋ ਗਿਆ ਤੇ ਉਹ ਵੈਜੀਟੇਟਿਵ ਹੋ ਕੇ ਬੰਦਾ ਰਹਿ ਰਿਹਾ, ਉਹ ਤੜਫ ਵੀ ਰਿਹਾ ਨਾਲ ਨਾਲ। ਇਸ ਕਰਕੇ ਫਿਰ ਫੈਮਿਲੀ ਜਿਹੜੀ ਹੈ ਉਹ ਨਹੀਂ ਬਰਦਾਸ਼ਤ ਕਰਦੀ ਕਿ ਸਾਡਾ ਨੀਅਰ ਐਂਡ ਡੀਅਰ ਵਨ ਇੰਨੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਜਾਵੇ। ਵਾਟ ਇਜ਼ ਦਾ ਪੁਆਇੰਟ ਆਫ ਕੈਰੀਇੰਗ ਔਨ ਮੀਨਿੰਗਲੈਸਲੀ। ਫਿਰ ਜਿਹੜੇ ਸਨੋਡ ਹੈ ਜਿਹੜੀ ਉਹ ਤੇ ICU ਟੀਮ ਉਹ ਫੈਮਿਲੀ ਨੂੰ ਫਿਰ ਜੈਂਟਲੀ ਅਪਰੋਚ ਕਰਦੇ ਨੇ once they have exhausted every means to save him. ਇੱਕ ਵਾਰੀ ਇਹ ਐਬਸੋਲੂਟਲੀ ਕਲੀਅਰ ਹੋ ਜਾਂਦਾ ਹੈ and independently many people get involved in that decision, and transplant team is not a part of that decision making, just so that there is no conflict of interest. So ਇਹ ਵਾਲੀ ਜਿਹੜੀ ਸੈਪਰੇਟ ਟੀਮ ਇੱਕ ਵਾਰੀ ਡਿਸਾਈਡ ਕਰਦੀ ਹੈ ਕਿ ਹਾਂ ਇਹ ਮੀਨਿੰਗਲੈਸ ਹੈ ਬੰਦਾ, ਮਤਲਬ ਇਹਦੀ ਲਾਈਫ ਹੁਣ ਚਲੀ ਗਈ ਹੈ and it is meaningless to continue, futile, then they approach the family and say ki bhai should we call it a day and let your near dear one pass peacefully. ਜੋ ਐਕਸੈਪਟ ਕਰਦੇ ਆ ਆਰਗਨ ਡੋਨੇਸ਼ਨ ਲਈ ਐਕਸੈਪਟ ਕਰਦੇ ਆ, ਦੈਨ ਉਹਨਾਂ ਨੂੰ ਫਿਰ ਸਿਡੇਟਿਵਸ ਦੇ ਕੇ ਕੰਫਰਟੇਬਲੀ ਰੱਖਿਆ ਜਾਂਦਾ ਹੈ ਐਂਡ ਐਂਡ ਆਫ ਲਾਈਫ ਕੇਅਰ ਪਾਥਵੇ ਉਹਨਾਂ ਦਾ ਸਟਾਰਟ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਪੇਨ ਨਾ ਹੋਵੇ। ਐਂਡ ਦੈਨ ਉਹਨਾਂ ਦਾ ਫਿਰ ਲਾਈਫ ਸਪੋਰਟ ਨੂੰ ਵਿਡਰਾ ਕਰਦੇ ਆ, ਤੇ ਜੇ ਉਹ ਘੰਟੇ ਤੋਂ 3 ਘੰਟੇ ਦੇ ਵਿੱਚ ਉਹ ਬੰਦੇ ਦੀ ਹਾਰਟ ਬੀਟ ਬੰਦ ਹੋ ਜਾਂਦੀ ਹੈ ਤੇ ਆਰਗਨ ਰਿਟਰੀਵਲ ਟੀਮ ਜਿਹੜੀ ਪ੍ਰੀਪੇਅਰਡ ਖੜੀ ਹੁੰਦੀ ਹੈ ਉਸੇ ਥੀਏਟਰ 'ਚ, ਉਹ ਫਿਰ ਉਹਨਾਂ ਦੇ ਆਰਗਨਸ ਨੂੰ ਫਿਰ ਉਹਦੇ ਬਾਅਦ ਕੱਢ ਦਿੰਦੀ ਹੈ ਆਫਟਰ ਹਿਸ ਹਾਰਟ ਹੈਜ਼ ਸਟਾਪਡ ਐਂਡ 5 ਮਿੰਟ ਚਲੇ ਜਾਂਦੇ ਹੈ ਐਂਡ ਸਰਟੀਫਾਈਡ ਹੁੰਦਾ ਹੈ। ਸੋ ਦੈਟ ਪ੍ਰੋਸੀਜਰ ਇਜ਼ ਨਾਓ ਕੈਰੀਡ ਆਊਟ। ਉਹਦੇ ਵਿੱਚ ਹੁਣ ਐਡਵਾਂਟੇਜ ਇਹ ਹੈਗਾ ਹੈ ਕਿ ਐਜ਼ ਕੰਪੇਅਰ ਟੂ ਪ੍ਰੀਵੀਅਸਲੀ ਜਿੱਥੇ 2 ਘੰਟੇ ਲੱਗਦੇ ਸੀ,
ਹੁਣ ਜਿਹੜੀ ਟੀਮ ਹੈਗੀ ਹੈ ਉਹ ਸਾਹਮਣੇ ਖੜੀ ਹੈ, ਤੇ ਜੇ ਪੇਸ਼ੈਂਟ ਦਾ ਹਾਰਟ ਬੀਟ ਬੰਦ ਹੋ ਗਿਆ ਤੇ 10-15 ਮਿੰਟਾਂ 'ਚ ਫਿਰ ਉਹ ਟੀਮ ਫਟਾਫਟ ਔਰਗਨਸ ਕੱਢ ਲੈਂਦੀ ਹੈ, ਤੇ ਉਹਨੂੰ ਕਹਿੰਦੇ ਨੇ DCD, ਐਂਡ ਦੇ ਆਰ ਨਾਓ 40% ਆਫ ਦ ਔਰਗਨ ਡੋਨਰਸ। ਪ੍ਰੋਬਲਮ ਇੰਡੀਆ ਵਿੱਚ ਇਹ ਹੈਗੀ ਹੈ ਕਿ there is no law in India which allows a person to be disconnected from the ventilator। ਇਹ ਤਾਂ ਇੰਡੀਆ ਦੇ ਹੁੰਦਾ ਵਿੱਚ ਕੀ ਹੈ ਇੰਡੀਆ ਵਿੱਚ, ਜੇ ਕੋਈ ਬੰਦਾ 60 ਵਜੇ ਦਿਮਾਗ 'ਚ ਉਹ ਮੀਨਿੰਗਫੁਲ ਲਾਈਫ ਨਹੀਂ ਹੈ, ਬ੍ਰੇਨ ਡੈਮੇਜ ਹੋ ਗਿਆ, ਉਹ ਫਿਰ ਜਿਹੜੇ ਕਾਰਪੋਰੇਟ ਸੈਕਟਰ ਹੋ ਗਏ ਉਹਨਾਂ ਦੇ ਵਿੱਚ ਉਹ ਪੇਸ਼ੈਂਟ ਪਿਆ ਰਹਿੰਦਾ ਹੈ ਮਹੀਨਾ 2 ਮਹੀਨੇ। ਉਹ ਆਈ ਮੀਨ ਮਤਲਬ ਲਾਈਫ ਜਿਹੜੀ ਉਹਦੇ ਰੱਬ ਦੇ ਹੱਥ ਹੈ। ਹੁਣ ਉਹ ਡਿਵਾਸਟੇਟਿੰਗ ਬ੍ਰੇਨ ਇੰਜਰੀ ਦੇ ਕਰਕੇ ਉਹ ਬੰਦੇ ਦੀ ਐਕਚੁਅਲ ਦੇਖਿਆ ਜਾਵੇ ਤੇ ਮੀਨਿੰਗਲੈਸ ਹੋ ਗਈ ਹੈ, ਬ੍ਰੇਨ ਇਜ਼ ਗੋਨ। ਬਟ ਅਨਫੋਰਚੂਨੇਟਲੀ ਬਿਕੋਜ਼ ਦ ਲਾਅ ਡਜ਼ਨਟ ਅਲਾਉ ਯੂ ਟੂ ਸਟਾਪ, ਉਹ ਵਿਚਾਰਾ ਬੰਦਾ 2 ਮਹੀਨੇ ਹਸਪੀਟਲ ICU 'ਚ ਰਹਿੰਦਾ ਹੈ, ਰੋਜ਼ ਦੇ 30-40 ਹਜ਼ਾਰ ਰੁਪਏ ਦਾ ਬਿੱਲ ਬਣਦਾ ਉਹਦਾ, ਤੇ 2 ਮਹੀਨਿਆਂ ਦੇ ਬਾਅਦ ਉਹਦੀ ਡੈਥ ਵੀ ਹੋ ਜਾਂਦੀ ਹੈ, ਤੇ ਲੋਕਾਂ ਦੇ ਘਰ ਜ਼ਮੀਨਾਂ ਵੀ ਵਿਕ ਜਾਂਦੀਆਂ ਨੇ। ਤੇ ਉਹ ਇਹ ਜਿਹੜਾ ਇੱਕ ਐਸਾ ਇੱਕ ਫਲॉ ਹੈ ਇੰਡੀਆ ਦੇ ਸਿਸਟਮ ਦੇ ਵਿੱਚ ਜਿਸ ਨੂੰ ਐਡਰੈਸ ਕਰਨਾ ਜ਼ਰੂਰੀ ਹੈ। ਪਰ ਇੰਡੀਆ ਵਿੱਚ ਥੋੜੀ ਜਿਹੜੀ ਇਨਸਿਕਿਉਰਿਟੀ ਹੈਗੀ ਹੈ ਉਹ ਹੈਗੀ ਹੈ ਕਿ ਲੋਕੀ ਇਹਦਾ ਮਿਸਯੂਜ਼ ਨਾ ਕਰ ਲੈਣ। ਜੇ ਅਸੀਂ ਵੈਂਟੀਲੇਟਰ ਡਿਸਕਨੈਕਸ਼ਨ ਦਾ ਲਾਅ ਲੈ ਆਂਦਾ, then if somebody can misuse it for organ donation and canvassing, ਇਹ ਗੱਲਾਂ ਦਾ ਲੋਕਾਂ ਨੂੰ ਥੋੜਾ ਡਰ ਹੈਗਾ। ਬਟ ਜਿਸ ਤਰ੍ਹਾਂ ਤਰੱਕੀ ਕਰ ਰਹੇ ਆ, ਆਈ ਥਿੰਕ ਅ ਟਾਈਮ ਵਿਲ ਕਮ ਜਿਹਦੇ ਵਿੱਚ ਇਹ ਸੇਮ ਵੈਸਟਰਨ ਥਾਟ ਇੰਡੀਆ ਵਿੱਚ ਵੀ ਜਾਏਗਾ, ਤੇ ਉਹ ਜਿਹੜੇ ਵਿਚਾਰੇ ਗਰੀਬ ਬੰਦੇ ਹੈਗੇ ਆ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ, ਉਹ ਤੇ ਚਾਹੁੰਦੇ ਨੇ ਕਿ ਭਾਈ ਸਾਡਾ ਬੰਦਾ ਅਜੇ ਵੈਂਟੀਲੇਟਰ 'ਚ ਹੈਗਾ ਤੇ ਉਮੀਦ ਹੈਗੀ ਹੈ ਇਹ ਜੀ ਲਏਗਾ। ਅਨਫੋਰਚੂਨੇਟਲੀ ਉਹਨਾਂ ਦਾ ਘਰ ਤਬਾਹ ਹੋ ਜਾਂਦੇ ਨੇ, ਫਾਈਨੈਂਸ਼ੀਅਲੀ ਦੇ ਬਿਕਮ ਅ ਰੂਇਨ। ਤੁਸੀਂ ਇੰਡੀਆ ਦੀ ਗੱਲ ਕੀਤੀ, ਆਪਾਂ ਬਿੰਗ ਪੰਜਾਬੀ, ਮੈਂ ਉਹਦਾ ਵੀ ਪੁੱਛਣਾ ਚਾਹੁੰਦਾ, ਇੰਡੀਆ ਪੰਜਾਬ 'ਚ ਵੀ ਇੱਦਾਂ ਹੁੰਦਾ ਕਿ ਕੋਈ ਵੱਡੀਆਂ ਸਿਟੀਆਂ ਦੇ ਵਿੱਚ ਇੰਡੀਆ 'ਚ ਹੁੰਦਾ ਤੇ ਪੰਜਾਬ ਵਿੱਚ ਇਹ ਚੀਜ਼ਾਂ ਦੀ ਕਮੀ ਹੈਗੀ ਹੈ ਹਾਲੇ? ਜੀ ਪੂਰੇ ਇੰਡੀਆ ਦੇ ਵਿੱਚ ਡਿਸਕਨੈਕਟਿੰਗ ਫਰਮ ਦ ਵੈਂਟੀਲੇਟਰ ਦਾ ਰੂਲ ਨਹੀਂ ਹੈਗਾ। ਹਾਲਾਂਕਿ ਸਿਲੈਕਟਡ ਸੈਂਟਰਸ ਵਿਦ ਗੁੱਡ ਰੈਗੂਲੇਸ਼ਨ ਦੇ ਆਰ ਟਰਾਈਂਗ ਟੂ ਡੂ ਦੈਟ ਇਨ ਸਮ ਪਾਰਟਸ ਆਫ ਇੰਡੀਆ, ਤੇ ਆਈ ਵੁੱਡ ਬੀ ਪ੍ਰਾਊਡ ਟੂ ਸੇ ਦੈਟ ਪੰਜਾਬ ਇਜ਼ ਐਕਚੁਅਲੀ ਲੀਡਿੰਗ ਔਨ ਦਿਸ। ਔਰਗਨ ਡੋਨੇਸ਼ਨ ਦੇ ਵਿੱਚ ਅਨਫੋਰਚੂਨੇਟਲੀ ਐਜ਼ ਐਨ ਓਵਰਆਲ ਸਾਊਥ ਇੰਡੀਆ ਇਜ਼ ਡੂਇੰਗ ਫਾਰ ਬੈਟਰ। ਇਸ ਵੇਲੇ ਜੇ ਅਸੀਂ ਕੈਡਾਵਰਿਕ ਡੋਨੇਸ਼ਨ ਦੀ ਗੱਲ ਕਰਦੇ ਹਾਂ, the best cadaveric donation network is in Tamil Nadu, followed by Gujarat, and maybe another a couple of states of southern India. But Punjab and northern India, which unfortunately cadaveric organ donation is the least in the country, what to speak of the world. ਪਰ ਜੇ ਤੁਸੀਂ ਮੇਰੇ ਗੱਲਾਂ 'ਚ ਮੇਰੇ ਬੜੇ ਹੋਰ ਗੱਲਾਂ ਆ ਜਾਂਦੀਆਂ, ਕੋਸ਼ਿਸ਼ ਕਰਾਂਗੇ ਕਿ ਸਬਜੈਕਟ ਵਿੱਚ ਰਹਾਂ ਕਿਉਂਕਿ ਬਹੁਤ ਇੰਟਰਸਟਿੰਗ ਹੈਗਾ। ਤੁਸੀਂ ਬੜੇ ਰੇਅਰ ਹੈਗਾ ਕਿ ਲੋਕ ਜਿਹੜੇ ਔਰਗਨ ਟ੍ਰਾਂਸਪਲਾਂਟ ਸਰਜਨ ਹੈਗੇ ਨੇ, ਦੇਰ ਨਾਟ ਲੋਟ ਆਫ ਦੈਮ, ਦੇ ਆਰ ਵੈਰੀ ਫਿਊ ਨੰਬਰ। ਉਹ ਜੇ ਮੈਂ ਸੁਧਾਰਾਂ ਦੀ ਗੱਲ ਕਰਾਂ, ਆਈ ਥਿੰਕ ਯੂ ਆਰ ਵਨ ਆਫ ਦ ਵੈਰੀ ਫਿਊ ਵਨਸ। ਤੁਹਾਡੀ ਕਿਤੇ ਹੋਰ ਮੁਲਕਾਂ 'ਚ ਵੀ ਡਿਮਾਂਡ ਹੁੰਦੀ ਹੈ ਕਿ ਤੁਸੀਂ UK 'ਚ ਬੇਸਡ ਹੈਗੇ ਹੋ? Ji, as I said, I have trained in the US, so there were options for me to continue there, but there were personal circumstances ਜਿਸ ਦੀ ਵਜ੍ਹਾ ਨਾਲ ਮੈਂ ਫਿਰ UK ਵਾਪਸ ਆਇਆ। ਮੈਂ ਪਹਿਲਾਂ ਨੋਟਿੰਗਮ ਕੰਮ ਕਰਦਾ ਸੀ ਆਫਟਰ ਕਮਿੰਗ ਫਰਮ ਇੰਡੀਆ। ਟ੍ਰਾਂਸਪਲਾਂਟ ਸਰਜਨ ਸਿੱਖ ਬਹੁਤ ਥੋੜੇ ਨੇ। there are 2 transplant surgeons in the US who are Sikh, and I think UK ਵਿੱਚ ਸਰਜੀਕਲੀ ਮੈਂ ਇਕੱਲਾ ਹੀ ਹੈਗਾ। I don't think there is another Sikh transplant surgeon in the United ਭਾਈ Kingdom. ਇੱਕ ਸਰਦਾਰ 1.25 ਲੱਖ ਦੇ ਬਰਾਬਰ ਹੋ ਜਾਂਦਾ ਨਹੀਂ। ਓਨੈਸਟਲੀ ਦੇਖੋ, ਜੇ ਮੈਂ ਹੁਣ ਆਪਣੀ ਖੁਦ ਦੀ ਗੱਲ ਕਰਾਂ ਨਾ, ਮੈਂ ਇੱਕ ਬੰਦਾ ਹੈਗਾ ਨਾ, ਤੁਸੀਂ ਮੈਂ ਸਾਰਿਆਂ ਨੂੰ ਲਵ ਟੀਵੀ ਪਰ ਕਹਿਣਾ ਹੁੰਦਾ, ਕੋਈ ਆਪਣਾ ਬੰਦਾ ਸਰਦਾਰ ਕੋਈ ਕੰਮ ਕਰਦਾ ਉਹਨੂੰ ਐਨਵੀ ਕਰੋ, ਉਹਨੂੰ ਫੋਲੋ ਕਰੋ, ਉਹਨੂੰ ਰੋਲ ਮਾਡਲ ਬਣਾਓ, ਤਾਂ ਕਿ ਜੈਲਸੀ ਨਾਲ ਕੁਛ ਨਹੀਂ ਬਣਦਾ। ਤੁਸੀਂ ਕਹੋ ਮੇਰਾ ਭਰਾ ਬਣਿਆ, ਮੈਂ ਉਹਦੀ ਮਦਦ ਲੈ ਕੇ ਮੈਂ ਵੀ ਬਣਨਾ ਚਾਹੁੰਦਾ। ਅਗਰ ਮੈਂ ਕਲੌਕ ਨੂੰ ਪਿੱਛੇ ਕਰ ਸਕਾਂ, ਭਾਜੀ ਮੈਂ ਨਾ ਕੁਛ ਬਣਨਾ ਚਾਹੁੰਦਾ, ਪਰ ਜਦੋਂ ਬਣਨਾ ਸੀ ਉਦੋਂ ਪਤਾ ਨਹੀਂ ਮੈਂ ਕੀ ਕਰਦਾ ਰਿਹਾ, ਇਹ ਰਸਤੇ 'ਚ ਨਹੀਂ ਗਿਆ। ਮੈਂ ਬਹੁਤ ਫੈਸੀਨੇਟ ਹੁੰਦਾ ਜਦੋਂ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਤੁਹਾਡੇ ਵਰਗੇ ਬੰਦੇ ਦੇਖਦਾ ਕਿ ਤੁਸੀਂ ਇਸ ਅਹੁਦੇ 'ਤੇ ਪਹੁੰਚੇ ਹੋ, ਤੁਸੀਂ ਇਕੱਲੇ ਹੀ ਹੋ UK ਦੇ ਵਿੱਚ। ਜੀ ਵਾਹਿਗੁਰੂ ਜੀ ਦਾ ਤੇ ਤੁਹਾਡਾ ਆਸ਼ੀਰਵਾਦ ਹੈ ਜੀ। ਬਟ ਦੁੱਖ ਦੀ ਗੱਲ ਇਹ ਵੀ ਲੱਗਦੀ ਹੈਗੀ ਹੈ ਕਿ ਹੁਣ ਜਿਹੜੇ ਅਸੀਂ ਬਲੈਕ ਐਂਡ ਏਸ਼ੀਅਨ ਮਾਈਨੋਰਿਟੀ ਐਕਸਨੀ ਕਮੇਟੀ ਦੇ ਬੰਦੇ ਹੈਗੇ ਆ ਇੰਗਲੈਂਡ ਵਿੱਚ ਜਾਂ ਜਿੱਥੇ ਵੀ ਹਾਂ, ਸਾਡੇ ਔਰਗਨ ਡੋਨੇਸ਼ਨ ਰੋਡ ਸਾਡੀ ਕਮਿਊਨਿਟੀ ਦਾ ਸਭ ਤੋਂ ਘੱਟ ਹੈ, ਤੇ ਅਸੀਂ ਸਭ ਤੋਂ ਜ਼ਿਆਦਾ ਔਰਗਨਸ ਲੈਂਦੇ ਵੀ ਹੈਗੇ ਆ ਫਰੋਮ ਦਾ ਡੋਨਰ ਪੂਲ। ਤੋ ਇਹ ਜਿਹੜੀ ਹੈ ਨਾ
ਅਨਫੋਰਚੂਨੇਟਲੀ ਇਨਇਕੁਐਲਿਟੀ ਵੀ ਹੈਗੀ ਹੈ that as a transplant surgeon I can glaringly see ਕਿ ਜਿਸ ਵੇਲੇ ਕੋਈ ਗੋਰਾ ਬੰਦਾ ਜਿਹਦੀ ਡੈਥ ਹੋ ਗਈ ਤੇ ਉਹਦੀ ਫੈਮਿਲੀ ਡੋਨੇਟ ਕਰ ਦਿੰਦੀ ਹੈ, ਉਹ ਨਹੀਂ ਫਿਰ ਬੋਦਰ ਕਰਦੇ ਕਿ ਇਹ ਆਰਗਨ ਕਿੱਥੇ ਜਾਏਗਾ, ਕਿਉਂਕਿ ਉਹਦੇ ਅਨੋਨਿਮਸਲੀ ਅਲਾਟ ਹੋਣਗੇ। ਬਟ ਉਹਨਾਂ ਦੇ ਜਿਹੜੇ ਬੈਨੀਫੀਸ਼ੀਅਰੀ ਨੇ ਸਾਡੀ ਕਮਿਊਨਿਟੀ ਪਾਕਿਸਤਾਨ ਤੋਂ, ਪੰਜਾਬ ਤੋਂ, ਇੰਡੀਆ ਤੋਂ, ਜਿਨ੍ਹਾਂ ਨੂੰ ਸ਼ੂਗਰ ਦੀ ਥੋੜ੍ਹਾ ਬਹੁਤਾ ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ। ਮੈਂ ਗੱਲ ਕਰੀ ਜਾਂਦਾ, ਭਾਜੀ ਕੋਸ਼ਿਸ਼ ਕਰਦੇ ਵਾਪਸ ਕਨੈਕਟ ਕਰਨਗੇ। Hello? ਬੇਸ਼ੱਕ ਹਾਂਜੀ ਭਾਜੀ ਠੀਕ ਹੈ, ਬਸ ਆਮ ਗਲਾਡ ਤੁਸੀਂ ਵਾਪਸ ਆ ਗਏ ਹੋ। ਭਾਜੀ ਆਪਾਂ ਥੋੜ੍ਹੀ ਬਹੁਤੀ ਤੁਸੀਂ ਫਿਨਿਸ਼ ਕਰਦਾ ਕਿ ਹੋਰ ਕੁਝ ਕਹਿ ਰਹੇ ਸੀਗੇ? ਹਾਂ, ਉਹੀ ਮੈਂ ਕਿਹਾ ਕਿ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ ਉਹ ਬਹੁਤ ਘੱਟ ਡੋਨੇਟ ਕਰਦੀ ਹੈ ਐਸ ਕੰਪੇਅਰ ਟੂ ਦ ਅਦਰ ਦ ਭਾਜੀ ਵਾਈ, ਮੈਂ ਤੁਹਾਨੂੰ ਰੋਕਦਾ ਨਹੀਂ, ਪਰ ਕਿਉਂ ਅਸੀਂ ਘੱਟ ਕਿਉਂ ਹੈਗੇ ਆ? ਵਾਈ ਵੀ ਆ? ਔਰ ਮੈਨੂੰ ਜੇ ਅਗਰ ਇਫ ਆਮ ਨਾਟ ਰੋਂਗ ਪਲੀਜ਼, ਤੁਸੀਂ ਹੁਣ ਇਹਦੇ 'ਚ ਹੈਗੇ ਹੋ, ਤੁਹਾਨੂੰ ਪਤਾ ਹੈ ਅਸੀਂ ਜ਼ਿਆਦਾ ਡੋਨੇਟ ਲੈਂਦੇ ਹਾਂ ਲੋਕਾਂ ਕੋਲੋਂ ਦੇਣ ਨਾਲੋਂ। ਵੀ ਆਰ ਹਾਈ ਨੰਬਰ ਐਜ਼ ਏਸ਼ੀਅਨਸ। ਜੀ, ਸਾਡੀ ਕਮਿਊਨਿਟੀ ਵਿੱਚ ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਜ਼ਿਆਦਾ ਹੈਗਾ, ਜਿਹਦੇ ਕਰਕੇ ਕਿਡਨੀ ਡਿਜ਼ੀਜ਼ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਨੂੰ ਹਾਈਐਸਟ ਹੈਗੀ ਹੈ, ਪੰਜਾਬੀਆਂ ਨੂੰ ਬਿਲਕੁਲ, ਐਂਡ ਈਵਨ ਸਾਊਥ ਇੰਡੀਅਨਸ ਨੂੰ ਵੀ, ਪਰ ਜ਼ਿਆਦਾ ਪੰਜਾਬੀਆਂ ਨੂੰ। ਪਾਕਿਸਤਾਨ ਦੇ ਹੋਈਏ ਜਾਂ ਪੰਜਾਬ ਦੇ ਹੋਈਏ, ਇੰਡੀਆ ਦੇ, ਨਾਰਥ ਇੰਡੀਆ ਦੇ, ਸਾਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ। ਤੇ ਜਿਸ ਵੇਲੇ ਆਰਗਨ ਡੋਨੇਸ਼ਨ ਦੀ ਗੱਲ ਹੁੰਦੀ ਹੈ ਅਸੀਂ ਘੱਟ ਦਿੰਦੇ, ਤੇ ਕਾਫੀ ਰੀਜ਼ਨਸ ਨੇ। ਇੱਕ ਤਾਂ ਕੁਝ ਲੋਕਾਂ ਨੂੰ ਗਲਤਫਹਿਮੀ ਇਹ ਹੈਗੀ ਹੈ ਕਿ ਸ਼ਾਇਦ ਡਾਕਟਰ ਪੁਖਤਾ ਇਲਾਜ ਨਹੀਂ ਕਰਨਗੇ, ਦੇ ਵਿਲ ਐਕਸਪੈਡਾਈਟ ਦ ਡੈਥ ਆਫ ਦ ਪੇਸ਼ੈਂਟ, ਜਾਂ ਕੁਝ ਰਿਲੀਜੀਅਸ ਫੈਕਟਰਸ ਨੇ। ਹੁਣ ਜਿੱਦਾਂ ਮੈਂ ਮੁਸਲਿਮ ਗਰੁੱਪਸ ਨਾਲ ਐਸੋਸੀਏਟਡ ਹੈਗਾ, ਉਹਨਾਂ ਦੀ ਓਪੀਨੀਅਨ ਵੀ ਡਿਵਾਈਡਡ ਹੈ। ਸਮ ਆਫ ਦ ਕਮਿਊਨਿਟੀਜ਼ ਬਿਲੀਵਿੰਗ ਕਿ ਨਹੀਂ ਜੀ ਇਹ ਸੈਂਕਸ਼ਨਡ ਹੈ, but majority of the community says nahi, it is, I mean majority of the community says it is sanctioned, but there is a small segment ਜਿਹੜਾ ਕਹਿੰਦਾ ਕਿ ਇਹ ਸੈਂਕਸ਼ਨ ਨਹੀਂ ਹੈਗਾ। ਫਿਰ ਅਸੀਂ ਉਹਨਾਂ ਨਾਲ ਤਰਕ ਕਰੀਦਾ ਕਿ ਦੇਖੋ ਇਸਲਾਮ ਤੇ ਸਾਊਦੀ ਅਰੇਬੀਆ ਤੋਂ ਸ਼ੁਰੂ ਹੋਇਆ, ਬਟ ਉੱਥੇ ਤੇ ਆਰਗਨ ਡੋਨੇਸ਼ਨ ਬਹੁਤ ਜ਼ਿਆਦਾ ਜ਼ੋਰ ਸ਼ੋਰ ਨਾਲ ਅਗਲੇ ਪ੍ਰਮੋਟ ਵੀ ਕਰਦੇ ਨੇ, ਸੋ ਇਸ ਕਰਕੇ ਕੁਝ ਰਿਲੀਜੀਅਸ ਸੈਂਕਸ਼ਨ ਤੇ ਹੋਣਾ ਨਹੀਂ ਚਾਹੀਦਾ। ਪਰ ਐਨੀਵੇ ਉਹ ਉਹਨਾਂ ਦੀ ਕਮਿਊਨਿਟੀ ਦੀ ਗੱਲ ਉਹਨਾਂ ਨੂੰ ਜ਼ਿਆਦਾ ਪਤਾ ਹੈ, ਅਸੀਂ ਤੇ ਖਾਲੀ ਸੁਣ ਕੇ ਜੋ ਸਾਨੂੰ ਅੰਦਾਜ਼ਾ ਲੱਗਦਾ ਹੈ। ਸਾਡੀ ਸਿੱਖੀਜ਼ਮ ਦੇ ਵਿੱਚ ਤੇ ਕੋਈ ਰੋਕ ਟੋਕ ਨਹੀਂ ਹੈ। ਸਾਡੇ ਗੁਰੂ ਜਿਹੜੇ ਨੇ ਉਹ ਤੇ ਪਰਉਪਕਾਰ ਦੀਆਂ, ਸਰਬਤ ਦਾ ਭਲਾ ਦੀਆਂ ਗੱਲਾਂ ਕਰਦੇ ਆ, ਤਾਂ ਸਿੱਖਸ ਜਿਹੜੇ ਨੇ ਐਜ਼ ਆਰਗਨ ਡੋਨਰਸ ਅੱਛਾ ਕੰਮ ਕਰ ਰਹੇ ਨੇ। ਈਵਨ ਹਿੰਦੂ ਕਮਿਊਨਿਟੀ ਵੀ ਸਾਡੀ ਅੱਛਾ ਕੰਮ ਕਰਦੀ ਹੈ। ਪ੍ਰੋਬੈਬਲੀ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਥੋੜੀ ਨਹੀਂ ਹੈਗੀ ਆਰਗਨ ਡੋਨੇਸ਼ਨ ਦੇ ਬਾਰੇ, ਜਿਨ੍ਹਾਂ ਨੂੰ ਲੈਕ ਆਫ ਐਜੂਕੇਸ਼ਨ ਹੈ ਇਸ ਫੀਲਡ 'ਚ, ਉਹਨਾਂ ਨੂੰ ਜੇ ਅਸੀਂ ਥੋੜਾ ਐਜੂਕੇਟ ਕਰਕੇ ਸਮਝਾਈਏ ਕਿ ਲੁੱਕ ਦੇਰ ਇਜ਼ ਨਥਿੰਗ, ਕਿ ਆਰਗਨ ਡੋਨੇਸ਼ਨ ਦੇ ਪ੍ਰਲੋਭਨ 'ਚ ਆ ਕੇ ਕੋਈ ਤੁਹਾਡਾ ਇਲਾਜ ਪੂਰਾ ਨਹੀਂ ਕਰੇਗਾ ਜਾਂ ਬੋਡੀ ਨੂੰ ਚੀਰ ਫਾੜ ਕਰੇਗਾ, ਇਸ ਤਰ੍ਹਾਂ ਦੀ ਅਸੀਂ ਉਹਨਾਂ ਦੀ ਇਨਸਿਕਿਉਰਿਟੀਜ਼ ਨੂੰ ਦੂਰ ਕਰੀਏ ਤੇ ਹੋ ਸਕਦਾ ਹੈ ਕਿ ਆਰਗਨ ਡੋਨੇਸ਼ਨ ਸਾਡੀ ਕਮਿਊਨਿਟੀ ਦੇ ਵਿੱਚ ਇੰਪਰੂਵ ਕਰੇ। ਸੋ ਅਵੇਅਰਨੈਸ ਐਜੂਕੇਸ਼ਨ ਦੀ ਲੋੜ ਹੈਗੀ ਹੈ। ਇਹ ਮੈਂ ਸਾਰਾ ਸਵਾਲ ਬਾਅਦ ਪੁੱਛਣਾ ਸੀਗਾ, ਤੇ ਮੈਂ ਹੁਣ ਕਿਉਂਕਿ ਗੱਲਾਂ 'ਚ ਬੜੇ ਮਿਕਸ ਹੋ ਜਾਂਦੇ, ਪਰ ਇਟਸ ਆਲ ਰਿਲੇਟਡ ਵਿਦ ਦੀ ਆਰਗਨ ਡੋਨੇਸ਼ਨ ਦੇ ਨਾਲ ਹੀ ਹੈਗੀ ਆ। ਪਰ ਜੀ ਹੁਣ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਆਰਗਨ ਡੋਨੇਸ਼ਨ ਦੀ, ਯੂ ਆਰ ਫਾਈਟਿੰਗ ਅਗੇਂਸਟ ਦ ਟਾਈਮ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ, ਇਹਦੇ 'ਚ ਕੋਈ ਰਿਲੀਜਨ ਐਸਪੈਕਟ ਆਉਂਦਾ ਇਹਦੇ ਵਿੱਚ? ਜਦੋਂ ਇੱਕ ਪਾਸੇ ਤਾਂ ਤੁਸੀਂ ਜਾਨ ਬਚਾਉਣੀ ਹੈ ਤੇ ਦੂਜੇ ਪਾਸੇ ਕੋਈ ਇੱਦਾਂ ਦਾ ਇਸ਼ੂ ਖੜਾ ਹੋ ਸਕਦਾ, ਕੋਈ ਉਹਦੇ ਬਾਰੇ ਥੋੜ੍ਹਾ ਬਹੁਤਾ ਦੱਸੋ। ਜਿੱਥੇ ਤੱਕ ਮੇਰਾ ਵਿਚਾਰ ਹੈਗਾ, ਐਜ਼ ਮੈਂਸ਼ਨਡ, ਕੋਈ ਰਿਲੀਜੀਅਸ ਬੰਦਿਸ਼ ਸਾਨੂੰ ਨਜ਼ਰ ਨਹੀਂ ਆਈ ਹੈ। ਅਸੀਂ NHSBT ਦੇ ਦੁਆਰਾ ਜਿਹੜਾ ਵੀ ਰਿਲੀਜੀਅਸ ਬੋਡੀ ਦੇ ਨਾਲ ਅਸੀਂ ਜੁੜੇ ਹਾਂ, ਹਰ ਕਮਿਊਨਿਟੀ ਨੇ ਡੋਨੇਟ ਕੀਤਾ ਹੈ। ਮੁਸਲਿਮ ਭਰਾਵਾਂ ਨੇ, ਸਿੱਖਾਂ ਨੇ, ਹਿੰਦੂਆਂ ਨੇ, ਜਿੰਨੇ ਵੀ ਕਮਿਊਨਿਟੀਜ਼ ਨੇ, ਮੈਨੂੰ ਕੋਈ ਕਮਿਊਨਿਟੀ ਨਜ਼ਰ ਨਹੀਂ ਆਈ ਜਿਹੜਾ ਨਹੀਂ ਕਰਦੇ ਡੋਨੇਟ। ਹਾਲਾਂਕਿ ਕੁਝ ਸੈਕਸ਼ਨਸ ਆਫ ਥੀਸ ਗਰੁੱਪਸ ਵਿੱਚ ਕੁਝ ਮਤਭੇਦ ਸ਼ਾਇਦ ਹੋ ਸਕਦਾ ਹੈ, ਉਹਨਾਂ ਦਾ ਨਿੱਜੀ ਵਿਚਾਰ ਹੋ ਸਕਦਾ ਕਿ ਅਸੀਂ ਨਹੀਂ ਕਰਾਂਗੇ। ਫੋਰ ਐਗਜ਼ਾਮਪਲ, ਇੱਕ ਰਿਊਮਰ ਫੈਲਦਾ ਹੈਗਾ ਕਿ ਰੀਇਨਕਾਰਨੇਸ਼ਨ ਹੋਏਗੀ ਤੇ ਜੇ ਅਸੀਂ ਕਿਡਨੀਆਂ ਦੇ ਦਿੱਤੀਆਂ ਤੇ ਅਗਲੇ ਜਨਮ 'ਚ ਸਾਡੀਆਂ ਕਿਡਨੀਆਂ ਨਹੀਂ ਹੋਣਗੀਆਂ। ਇਸ ਪ੍ਰਕਾਰ ਦੇ ਵੀ ਰਿਊਮਰਸ ਫੈਲੇ ਆ। ਪਰ ਜੇ ਉਹਨਾਂ ਨੂੰ ਕੋਈ ਇਹ ਪੁੱਛੇ ਕਿ ਜੇ ਤੁਸੀਂ ਆਪਣਾ ਹਾਰਟ ਡੋਨੇਟ ਕਰ ਦਿੱਤਾ, ਅਗਲਾ ਜਨਮ ਤੁਹਾਡਾ ਹੋਏਗਾ ਹੀ ਕਿੱਦਾਂ ਜੇ ਤੁਸੀਂ ਹਾਰਟ ਡੋਨੇਟ ਕਰਤਾ? ਫਿਰ ਤੁਹਾਨੂੰ ਮੁਕਤੀ ਮਿਲ ਜਾਣੀ ਚਾਹੀਦੀ ਹੈ, ਤੇ ਦਿਓ ਤੁਸੀਂ। ਬਟ ਐਨੀਵੇ, ਸੋ ਥੀਸ ਆਰ ਇੱਕ ਲਾਈਟ ਮੂਵਮੈਂਟ ਮੈਂ ਲਿਆ ਤੁਹਾਡੇ ਨਾਲ। ਬਟ ਅਗੇਨ ਇਸ ਗੱਲ ਵਿੱਚ ਇਹ ਤੱਥ ਛੁਪਿਆ ਹੈਗਾ ਕਿ ਦਿਸ ਇਜ਼ ਹੈਵਿੰਗ ਨੋ ਬੇਸਿਸ। ਇਹ ਜਿਹੜਾ ਰਿਊਮਰ ਹੈਗਾ ਕਿ ਤੁਸੀਂ ਦੁਬਾਰਾ ਜਨਮ ਲਓਗੇ ਤਾਂ ਆਰਗਨ ਤੁਹਾਡਾ ਨਹੀਂ ਹੋਏਗਾ, ਇਹ ਅਫਵਾਹਾਂ ਜਿਹੜੀਆਂ ਨੇ, ਇਹ ਅਨਫੋਰਚੂਨੇਟਲੀ ਦੇ ਕਮ ਇਨ ਦ ਵੇ ਆਫ ਪੀਪਲ ਕਮਿੰਗ ਟੂ ਡੋਨੇਟ। So specifically to answer your question, there is no religious doctrine which says ਕਿ ਤੁਸੀਂ
ਆਰਗਨ ਡੋਨੇਸ਼ਨ ਨਹੀਂ ਕਰ ਸਕਦੇ ਜਿੱਥੇ ਤੱਕ ਸਾਨੂੰ ਜਿੰਨੀ ਇਨਫੋਰਮੇਸ਼ਨ ਹੈ everybody. It is more of a cultural and social thing rather than a religious thing, which is a barrier to donation in our community. ਡਾਕਟਰ ਸਾਹਿਬ ਮੈਂ ਤੇ ਆਮ ਰੀਅਲੀ ਥੋਰਲੀ ਬਿਕੋਜ਼ ਜਿਹੜੇ ਵੀ ਮੈਡੀਕਲ ਸ਼ੋਅ ਹੈਗੇ ਨੇ ਮੈਂ ਬਹੁਤ ਲਾਈਕ ਕਰਦਾ ਬਿਕੋਜ਼ ਬੜੀ ਨੌਲੇਜ ਹੁੰਦੀ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕੀ ਹੋ ਰਿਹਾ ਤੇ ਤੁਸੀਂ ਉਹ ਜਿਹੜਾ ਸਪਲਿਟ ਸੈਕਿੰਡ ਦੇ ਡਿਸੀਜਨ ਹੁੰਦੇ ਤੁਸੀਂ ਕਿਸੇ ਦੀ ਲਾਈਫ ਬਚਾ ਸਕਦੇ ਹੋ। ਡਾਕਟਰ ਜੀ ਹੁਣ ਤੁਹਾਨੂੰ ਪਤਾ ਬੜੇ ਲੋਕਾਂ ਨਾਲ ਇਨਸੀਡੈਂਟ ਹੋਇਆ ਜਿੱਥੇ ਕਿਸੇ ਦਾ ਹਾਰਟ ਫੇਲੀਅਰ ਹੋਇਆ। ਹੁਣ ਤੁਸੀਂ ਦੱਸ ਕੇ ਹਟੋ ਕਿ ਜਿਹੜਾ ਹਾਰਟ ਹੈਗਾ ਉਹ ਤਕਰੀਬਨ 7-8 ਮਿੰਟ ਤੱਕ ਫੰਕਸ਼ਨਲ ਕਰਦਾ ਹੈਗਾ ਉਹ। ਜਦੋਂ ਦੇਖੋ ਇਹ ਮੈਨੂੰ ਨਹੀਂ ਲੱਗਦਾ ਕਿ ਲੋਕ ਸੋਚਦੇ ਹੋਣਗੇ ਓਨੈਸਟਲੀ ਜਦੋਂ ਕਿਸੇ ਨੂੰ ਹੁੰਦਾ ਪਿਆ ਜਦੋਂ ਤੁਸੀਂ ਉਹਨੂੰ ਮੈਡੀਕਲ ਟੀਮ ਰੈਸੀਟੇਟ ਕਰਦੀ ਹੈ ਹਾਰਟ ਨੂੰ ਉਹਨੂੰ ਰਿਵਾਈਵ ਕਰਦੀ ਹੈ ਉਹਦੇ ਜੇ ਟਾਈਮ ਦੇ ਵਿੱਚ ਹੋ ਜਾਏ ਉਹਦਾ ਕਿੰਨਾ ਅੱਛਾ ਤਾਂ ਕਿ ਬ੍ਰੇਨ ਡੈਮੇਜ ਨਹੀਂ ਹੁੰਦਾ ਕਿਉਂਕਿ ਉਹ ਫੰਕਸ਼ਨਲ ਹੈਗਾ ਉਹ ਟਾਈਮ ਦੇ ਵਿੱਚ ਜੀ ਇਹਦੇ ਦੋ ਐਸਪੈਕਟਸ ਨੇ। ਇੱਕ ਹੈਗਾ ਕਿ ਜੇ ਕਿਸੇ ਦਾ ਹਾਰਟ ਬੰਦ ਹੋ ਗਿਆ ਤੇ ਅਸੀਂ CPR ਕਾਰਡੀਓਪਲਮਨਰੀ ਰਿਸੈਸੀਟੇਸ਼ਨ ਕਰਕੇ ਰਿਵਾਈਵ ਜੇ ਜਲਦੀ ਤੋਂ ਜਲਦੀ ਕਰ ਦਿੰਦੇ ਆ ਦੈਨ ਉਹਨਾਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਬੰਦੇ ਦਾ ਬ੍ਰੇਨ ਡੈਡ ਨਹੀਂ ਹੋਇਆ ਹੋਏਗਾ ਤੇ ਅਸੀਂ ਉਹਨੂੰ ਰਿਵਾਈਵ ਕਰ ਦਿਆਂਗੇ। ਫਿਰ ਉਹਦੇ ਬਾਅਦ ਸੈਕੰਡ ਆਪਸ਼ਨ ਇਹ ਫਿਰ ਬਣਦੀ ਹੈ ਕਿ ਜੇ ਬੰਦੇ ਦਾ ਬ੍ਰੇਨ ਡੈਡ ਹੋ ਹੀ ਚੁੱਕਿਆ ਹੈ ਬਿਕੋਜ਼ ਆਫ ਦਾ ਪ੍ਰਾਇਮਰੀ ਫੈਕਟਰ ਜਿੱਦਾਂ ਤੁਸੀਂ ਕਿਹਾ ਬ੍ਰੇਨ ਹੈਮਰੇਜ ਕਿਸੇ ਦਾ ਹੋ ਗਿਆ then the second thing that can happen is ਕਿ ਹਾਰਟ ਅਗਰ ਸਟਾਰਟ ਕਰ ਦਿੰਦਾ ਹੈ ਬੀਟ ਕਰਨਾ ਤੇ ਫਿਰ ਬਾਕੀ ਬਾਡੀ ਦੇ ਸਾਰੇ ਆਰਗਨਸ ਪਰਫਿਊਜ਼ਡ ਰਹਿੰਦੇ ਨੇ ਐਂਡ then that person can be an organ donor। ਜੇ ਉਹਨਾਂ ਦੀ ਵਿਸ਼ ਸੀਗੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਮਰਨ ਤੋਂ ਪਹਿਲਾਂ ਬਾਅਦ ਲੋਕਾਂ ਦੇ ਵੀ ਕੰਮ ਆਈਏ ਤੇ ਫਿਰ ਉਹ ਜਿਹੜੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਫਿਰ ਅਸੀਂ ਪੂਰੀ ਕਰ ਸਕਦੇ ਹਾਂ ਉਹਨਾਂ ਦੀ ਵਿਸ਼ ਨੂੰ ਅਸੀਂ ਪੂਰਾ ਕਰ ਸਕਦੇ ਹਾਂ ਜੇ ਅਸੀਂ ਟਾਈਮਲੀ CPR ਕਰੀਏ। So they can either live if the brain can be resuscitated timely, or otherwise if the hearts can still be revived then the perfusion by the heart will keep the rest of the body alive and then they can also be a value to humanity as being donors। ਮੇਰੇ ਨਾਲ ਇੱਕ ਛੋਟੀ ਇਨਸੀਡੈਂਟ ਹੋਈ ਸੀ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ। ਮੈਂ ਇੱਕ ਟਾਕ ਦੇਣ ਜਾ ਰਿਹਾ ਸੀ ਤੇ ਮੇਰੇ ਨਾਲ ਇੱਕ ਲਿਥੂਏਨੀਆ ਦੀ ਕੁੜੀ ਬੈਠੀ ਸੀ ਤੇ ਉਹਨੇ ਮੇਰਾ ਲੈਪਟਾਪ ਦੇਖ ਕੇ ਦੇਖਿਆ ਤੇ ਕਹਿੰਦੀ ਕਿ ਉਹ ਯੂ ਆਰ ਅ ਸਰਜਨ। ਮੈਂ ਕਿਹਾ ਹਾਂ ਇਹ ਟ੍ਰਾਂਸਪਲਾਂਟ ਕਰਦੇ ਹਾਂ ਅਸੀਂ। ਮੈਨੂੰ ਕਹਿੰਦੀ ਕਿ ਆਈ ਵੁੱਡ ਲਾਈਕ ਟੂ ਬੀ ਅ ਆਰਗਨ ਡੋਨਰ। ਉਹ ਯੂਨੀਵਰਸਿਟੀ ਆਫ ਲੀਡਸ ਦੀ ਸਟੂਡੈਂਟ ਸੀ ਤੇ ਮੈਂ ਕਿਹਾ ਤੂੰ ਇੰਨੀ ਯੰਗ ਹੈਗੀ ਹੈ ਯੂਰ ਬੱਚੀ ਹੈ ਤੇ ਤੇਰੇ ਮਨ ਵਿੱਚ ਇਸ ਵੇਲੇ ਮੌਤ ਦਾ ਖਿਆਲ ਕਿਉਂ ਆ ਰਿਹਾ? ਤੇ ਉਹ ਕਹਿੰਦੀ ਆਈ ਨੋ ਮੈਨੂੰ ਕਦੀ ਕਦੀ ਡਰ ਲੱਗਦਾ ਹੈਗਾ ਕਿ ਇਫ ਆਈ ਡਾਈ ਐਂਡ ਦੇ ਬੈਰੀ ਮੀ then maggots will be eating my body bit by bit and they will be crawling all over me and that thought is not appealing. I would rather want that when I die then you use my organs so that I can live in everybody else and live as long as possible। ਇੰਨੀ ਵੱਡੀ ਗੱਲ ਇੱਕ ਛੋਟੀ ਜੀ 19-20 ਸਾਲਾਂ ਦੀ ਕੁੜੀ ਨੇ ਮੈਨੂੰ ਉਸ ਦਿਨ ਸਿਖਾਈ। ਮੇਰੇ ਅੱਖਾਂ 'ਚ ਅੱਥਰੂ ਆ ਗਏ ਉਸ ਦਿਨ। ਮੈਂ ਕਿਹਾ ਕਮਾਲ ਇਹਨਾਂ ਦੀ ਸੋਚ ਦੇਖੋ ਕਿੱਥੇ ਕਿੱਥੇ ਪਹੁੰਚੀ ਹੋਈ ਹੈ ਕਿ ਉਹ ਇਹ ਕਹਿੰਦੀ ਹੈ ਕਿ I would like to be perpetually living in everybody else rather than maggots eat my body। ਭਾਜੀ ਇਜ਼ ਇਟ ਪੋਸੀਬਲ ਜਿਹੜੇ ਬ੍ਰੇਨ ਡੈਡ ਔਰ DCD ਡੋਨਰਸ ਹੈਗੇ ਨੇ ਦੇ ਆਰ ਸਟਿਲ ਥਿੰਕਿੰਗ ਕਿ ਜਦੋਂ ਤੁਸੀਂ ਆਰਗਨ ਰਿਮੂਵ ਕਰਦੇ ਹੋ? ਸੌਰੀ ਸਵਾਲ ਨਹੀਂ ਸਮਝਿਆ ਤੁਹਾਡਾ। ਔਰ ਮੈਂ ਤੁਹਾਨੂੰ ਕਹਿੰਦਾ ਜਦੋਂ ਬ੍ਰੇਨ ਡੈਡ ਹੋ ਜਾਂਦਾ ਜਾਂ ਜਿਹੜੇ DCD ਡੋਨਰਸ ਹੈਗੇ ਨੇ ਤੇ ਇਜ਼ ਇਟ ਪੋਸੀਬਲ ਦੇ ਆਰ ਸਟਿਲ ਥਿੰਕਿੰਗ ਵੈਨ ਯੂ ਆਰ ਰਿਮੂਵਿੰਗ ਦੀ ਆਰਗਨਸ? ਨਹੀਂ ਐਬਸੋਲੂਟਲੀ ਨਾਟ। ਇੱਕ ਵਾਰੀ ਹਾਰਟ ਨੇ ਬਲੱਡ ਸਪਲਾਈ ਬੰਦ ਕਰ ਦਿੱਤੀ ਬ੍ਰੇਨ ਦੀ ਤੇ ਉਹ ਬੰਦਾ ਫਿਰ ਨਹੀਂ ਸੋਚਦਾ ਆਫਟਰ ਬ੍ਰੇਨ ਹੈਜ਼ ਇਨਫੈਕਟਡ ਜੇ 10 ਮਿੰਟ ਤੇ ਕਮ ਸੇ ਕਮ ਲੱਗ ਹੀ ਜਾਂਦੇ 10 ਤੋਂ ਜ਼ਿਆਦਾ ਲੱਗ ਜਾਂਦੇ ਆ by the time we took it out from even a brain dead donor। No, there is absolutely zero chance that they are feeling or they are thinking। ਅੱਛਾ ਇਹ ਗੱਲ ਤੁਸੀਂ ਭੁੱਲ ਹੀ ਜਾਓ। ਹਾਂਜੀ no they are dead। ਤੁਸੀਂ ਮੈਂ ਜਿਹੜਾ ਸਵਾਲ ਪੁੱਛਦਾ ਤੁਸੀਂ ਕਹਿੰਦੇ ਮੈਨੂੰ ਇਹ ਜਿਹੜਾ ਹੁਣ ਮੈਂ ਤੁਹਾਨੂੰ ਪੁੱਛਣਾ ਮੇਰੇ ਲਈ ਇਹ ਵੀ ਬਹੁਤ ਇੰਟਰਸਟਿੰਗ ਹੈਗਾ। ਅਸੀਂ ਕਦੇ ਵੀ ਜਿੱਦਾਂ ਤੁਸੀਂ ਲੜਕੀ ਦਾ ਐਗਜ਼ਾਮਪਲ ਦਿੱਤਾ ਹੈ ਬਹੁਤ ਅੱਛੀ ਉਹਦੀ ਸੋਚ ਹੈਗੀ ਹੈ ਔਰ ਮੈਂ ਚਾਹਾਂਗਾ ਅਸੀਂ ਕਦੇ ਸਿਰਫ ਆਰਗਨ ਡੋਨੇਸ਼ਨ 'ਤੇ ਵੀ ਸ਼ੋਅ ਕਰੀਏ ਕਿ ਕਿਉਂ ਇੰਪੋਰਟੈਂਟ ਹੈ ਕਿ ਕਿਉਂ ਸਾਡੇ ਲੋਕਾਂ ਨੂੰ ਫੋਰਵਰਡ ਆਣ ਕੇ ਆਪਣਾ ਨਾਮ ਰਜਿਸਟਰ ਹੋਣਾ ਚਾਹੀਦਾ। ਪਰ ਹੁਣ ਤਾਂ ਰੂਲ ਵੀ ਬਣ ਗਿਆ ਨਾ ਕੰਪਲਸਰੀ ਤੁਸੀਂ ਡੋਨਰ ਉਹ ਕਰਾਉਂਦੇ ਨੇ ਤੁਹਾਡੇ ਕੋਲੋਂ ਠੀਕ ਹੈ ਨਾ ਅੰਟਿਲ ਅਨਲੈਸ ਯੂ ਆਪਟ ਆਊਟ ਵਿਚ ਇਜ਼ ਅ ਗੁੱਡ ਆਈਡੀਆ। ਜਿੱਦਾਂ ਆਪਣੀ ਨੈਸ਼ਨਲ ਸਰਵਿਸ ਹੁੰਦੀ ਸੀਗੀ ਉਹ ਵਿਚ ਇਜ਼ ਬੈਡ ਉਹਨਾਂ ਦਾ ਸਟਾਪ ਹੋ ਗਿਆ ਵਾਟ ਐਵਰ ਫॉर ਰੀਜ਼ਨ। ਹੁਣ ਜਿਹੜਾ ਇਹਨੇ ਕੰਪਲਸਰੀ ਕਰ ਦਿੱਤਾ ਆਈ ਥਿੰਕ ਇਟਸ ਅ ਵੈਰੀ ਗੁੱਡ ਆਈਡੀਆ।
ਭਾਜੀ ਹੁਣ ਜਦੋਂ ਤੁਸੀਂ ਜੇ ਇਹਦੀ ਡੋਨਰ ਦੀ ਗੱਲ ਕਰੋ, ਜਿਹੜਾ ਲਿਵਿੰਗ ਡੋਨਰ ਹੈਗਾ ਜਾਂ ਡਿਸੀਜ਼ ਡੋਨਰ ਹੈਗਾ, ਕੀ ਫਰਕ ਹੈ ਉਹਨਾਂ ਦੇ ਵਿੱਚ, ਵਿਚ ਇਜ਼ ਬੈਟਰ? ਜੀ ਕਿਡਨੀ ਵਾਸਤੇ obviously everybody has to and most people have two kidneys and you can donate one kidney if it is safe. ਅਸੀਂ ਟੈਸਟ ਕਰਕੇ ਦੱਸ ਦਿਆਂਗੇ ਕਿ ਤੁਸੀਂ ਕਿਡਨੀ ਡੋਨੇਟ ਕਰ ਸਕਦੇ ਹੋ. Then if you take a kidney from any person, then a live donor kidney has got better long term outcomes than a deceased donor. However, ਜੇ ਅਸੀਂ ਏਜ ਨਾਲ ਮੈਚ ਕਰੀਏ ਤਾਂ ਫਿਰ ਇੱਕ 20 ਸਾਲ ਦੇ ਡੈਡ ਡੋਨਰ ਦੀ ਕਿਡਨੀ would be better than a 60-year-old live donor kidney. ਸੋ ਏਜ ਜਿਹੜਾ ਹੈਗਾ ਐਜ਼ ਅ ਫੈਕਟਰ ਇਜ਼ ਦ ਮੋਸਟ ਇੰਪੋਰਟੈਂਟ ਡਿਟਰਮੀਨੈਂਟ ਕਿ ਜਿੰਨਾ ਯੰਗ ਡੋਨਰ ਹੈ ਉਨੀ ਚੰਗੀ ਕੁਆਲਿਟੀ ਹੋਏਗੀ. ਜੇ ਏਜ ਮੈਚ ਦੇ ਨੇੜੇ ਤੇੜੇ ਪਹੁੰਚ ਜਾਈਦਾ ਹੈ then a live donor will be a better donor. ਬਾਕੀ ਰਹੀ ਗੱਲ ਲਿਵਰ 'ਚ, ਲਿਵਰ ਵਿੱਚ ਫਿਰ ਲਾਈਵ ਡੋਨਰ ਤੇ ਆਪਣਾ ਅੱਧਾ ਹੀ ਲਿਵਰ ਦੇ ਸਕਦਾ ਹੈ. ਇਸ ਕਰਕੇ ਲਿਵਰ ਟ੍ਰਾਂਸਪਲਾਂਟ 'ਚ ਹੋਲ ਆਰਗਨ ਲਿਵਰ ਇਜ਼ ਬੈਟਰ ਫਰਮ ਅ ਡਿਸੀਜ਼ ਡੋਨਰ. ਠੀਕ ਹੈ ਨਾ. ਬਾਕੀ ਐਬਡੋਮੀਨਲ ਔਰਗਨ, ਥੋਰੈਸਿਕ ਔਰਗਨਸ ਤੇ ਫਿਰ ਉਹ ਤੇ ਡਿਸੀਜ਼ ਡੋਨਰ ਦੇ ਹੋਣਗੇ. So these are the two types of donation, live donor and deceased donor. The live donor is predominantly practically mainly seen for kidneys and partly in India for livers, ਕਿਉਂਕਿ ਇੰਡੀਆ ਵਿੱਚ ਕੈਡਾਵਰ ਡੋਨੇਸ਼ਨ ਨੈਗਲੀਜੀਬਲ ਹੀ ਹੈ ਇਸ ਵੇਲੇ. ਤੇ ਇੰਡੀਆ ਦੀਆਂ ਜ਼ਿਆਦਾਤਰ ਜਿਹੜੀਆਂ ਡੋਨੇਸ਼ਨ ਲਿਵਰ ਦੀਆਂ ਹੈਗੀਆਂ ਨੇ ਉਹ ਲਾਈਵ ਡੋਨਰ ਤੋਂ ਹੀ ਲਿਆ ਜਾਂਦਾ. ਮਾਂ ਜਾਂ ਫਾਦਰ ਆਪਣਾ ਲਿਵਰ ਦਾ ਅੱਧਾ ਪੀਸ ਦੇ ਦਿੰਦੇ ਨੇ ਬੱਚੇ ਵਾਸਤੇ, ਆਮ ਤੌਰ ਤੇ ਇਦਾਂ ਹੁੰਦਾ. ਭਾਜੀ ਇੰਡੀਆ ਵਰਗੀ ਜਗ੍ਹਾ 'ਚ ਆਮ ਸੌਰੀ ਗਰੀਬੀ ਕਰਕੇ ਲੋਕ ਤੇ ਜਿੱਦੇ ਜਾਗਦੇ ਪੈਸੇ ਲਈ ਕੁਝ ਨਾ ਕੁਝ ਡੋਨੇਟ ਕਰਦੇ ਨੇ ਆਪਣੀ ਕਿਡਨੀਜ਼ ਵਗੈਰਾ ਵੀ. ਉਹ ਆਈ ਡੋਨਟ ਨੋ ਵੈਦਰ ਸਟਿਲ ਹੈਪਨਸ ਇਨ ਇੰਡੀਆ, ਪਰ ਇੱਦਾਂ ਦੀ ਗੱਲਾਂ ਮੈਂ ਸੁਣੀਆਂ ਹੋਈਆਂ. ਆਈ ਥਿੰਕ ਯੂ ਆਰ ਇਨ ਬੈਟਰ ਪੋਜੀਸ਼ਨ ਟੂ ਸੇ ਕਿ ਹੋ ਰਿਹਾ ਕਿ ਨਹੀਂ ਹੋ ਰਿਹਾ. ਨਹੀਂ, ਇਹ ਤੇ ਲੀਗਲ ਏਜੰਸੀਜ਼ ਨੂੰ ਜ਼ਿਆਦਾ ਪਤਾ ਹੈ. ਐਜ਼ ਅ ਸਰਜਨ ਮੇਰਾ ਜਿਹੜਾ ਦਾਇਰਾ ਹੈ ਉਹ ਇਜ਼ ਬੇਸਿਕਲੀ ਟੂ ਡੂ ਅ ਸੇਫ ਐਂਡ ਲੀਗਲ ਸਰਜਰੀ. ਬਾਕੀ ਤੁਹਾਡੀ ਉਹ ਪਿਛਲੀ ਗੱਲ 'ਚ ਮੈਂ ਇੱਕ ਪੁਆਇੰਟ ਦੱਸਣਾ ਭੁੱਲ ਗਿਆ, ਆਪਟ ਆਊਟ ਆਪਟ ਇਨ ਦੀ ਗੱਲ ਤੁਸੀਂ ਕੀਤੀ ਹੈ. ਹੁਣ ਜਿਹੜਾ ਰੂਲ ਪਹਿਲਾਂ ਵੇਸ 'ਚ ਆਇਆ ਸੀਗਾ ਕਿ ਯੂ ਆਰ ਅ ਪ੍ਰੀਜ਼ਿਊਮ ਡੋਨਰ ਅਨਲੈਸ ਯੂ ਸਪੈਸੀਫਿਕਲੀ ਸੇ ਟੂ ਦ ਗਵਰਨਮੈਂਟ ਦੈਟ ਯੂ ਆਰ ਨਾਟ ਗੋਇੰਗ ਟੂ ਬੀ ਅ ਡੋਨਰ ਆਫਟਰ ਯੋਰ ਡੈਥ. ਇਹਦੇ ਬਾਅਦ ਥੋੜੀ ਮੋਡੈਸਟ ਇਨਕਰੀਜ਼ ਇਨ ਆਰਗਨ ਡੋਨੇਸ਼ਨ ਹੋਈ ਹੈ, ਬਟ ਉਨੀ ਨਹੀਂ ਹੋਈ ਜਿੰਨੀ ਅਸੀਂ ਐਕਸਪੈਕਟ ਕੀਤੀ ਸੀਗੀ. ਤੇ ਉਹਦੇ ਪਿੱਛੇ ਇੱਕ ਕਾਰਨ ਹੈਗਾ. ਉਹ ਕਾਰਨ ਇਹ ਹੈਗਾ ਕਿ ਹੁਣ ਵੀ ਜਿਹੜੀ ਫੈਮਿਲੀ ਹੈਗੀ ਹੈ ਉਹ ਵੈਟੋ ਕਰ ਸਕਦੀ ਹੈ. ਉਹ ਕਹਿ ਸਕਦੀ ਹੈ ਕਿ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਰਿਲੇਟਿਵ ਹੈ ਜਾਂ ਨੀਅਰ ਐਂਡ ਡੀਅਰ ਵਨ ਹੈ, ਅਸੀਂ ਇਹਨੂੰ ਡੋਨੇਸ਼ਨ ਲਈ ਅਸੀਂ ਐਕਸੈਪਟ ਨਹੀਂ ਕਰ ਸਕਦੇ, ਵੀ ਡੋਂਟ ਵਾਂਟ ਹਿਮ ਟੂ ਡੋਨੇਟ. ਹਾਲਾਂਕਿ ਉਸ ਬੰਦੇ ਨੇ ਲਿਖਿਆ ਹੋਏਗਾ ਕਿ ਆਈ ਵੁੱਡ ਲਾਈਕ ਟੂ ਡੋਨੇਟ ਜਾਂ ਪ੍ਰੀਜ਼ਿਊਮਡ ਵੀ ਕਰ ਲਓ, ਫੈਮਿਲੀ ਜਿਹੜੀ ਹੈ ਉਹ ਮਨਾ ਕਰ ਸਕਦੀ ਹੈ. ਅੱਛਾ, ਫੈਮਿਲੀ ਕਰ ਉਹਨੂੰ ਸਕਦੀ ਹੈ. ਬਚਾਉਣ ਦਾ ਜਾਂ ਉਹਨੂੰ ਬੈਟਰ ਕਰਨ ਦਾ ਤਰੀਕਾ ਇਹ ਹੈਗਾ ਹੈ, ਜੇ ਅਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਜਿਉਂਦਿਆਂ ਹੋਇਆਂ ਆਪਣੀ ਫੈਮਿਲੀ ਨੂੰ ਕਹਿ ਦਈਏ ਕਿ ਲੁੱਕ, ਜੇ ਇਨਐਵਿਟੇਬਲ ਹੋ ਗਿਆ ਤੇ ਮੇਰੇ ਜਾਣ ਦਾ ਟਾਈਮ ਆ ਗਿਆ ਤੇ ਮੇਰੀ ਵਿਸ਼ ਹੈਗੀ ਹੈ ਕਿ ਮੇਰੀ ਜਿਹੜੀ ਬਾਡੀ ਹੈ ਉਹ ਡੋਨੇਟ ਕੀਤੀ ਜਾਵੇ ਤੇ ਤੁਸੀਂ ਪਲੀਜ਼ ਮੇਰੀ ਵਿਸ਼ੇਸ ਨੂੰ ਫੁੱਲਫਿਲ ਕਰਨਾ. ਤਾਂ ਫਿਰ ਉਹ ਫੈਮਿਲੀ ਨੂੰ ਅਗਰ ਪਤਾ ਹੋਏਗਾ ਤੇ ਉਹ ਫਿਰ ਬਾਅਦ ਵਿੱਚ ਉਹ ਬੈਰੀਅਰ ਨਹੀਂ ਕ੍ਰੀਏਟ ਕਰਨਗੇ, ਔਰ ਅਦਰ ਫਿਰ SNOD ਦੇ ਨਾਲ ਸਪੋਰਟ ਕਰਨਗੇ ਕਿ ਹਾਂਜੀ ਇਹ ਵੀ ਚਾਹੁੰਦੇ ਸੀਗੇ ਟੂ ਡੋਨੇਟ. ਇਹ ਜਦ ਤੱਕ ਅਸੀਂ ਨਹੀਂ ਕਰਾਂਗੇ, ਪ੍ਰੀਜ਼ਿਊਮ ਕੰਸੈਂਟ ਦਾ ਫਾਇਦਾ ਅਸੀਂ ਨਹੀਂ ਉਠਾ ਸਕਦੇ ਤੇ ਉਹਦੀ ਕਾਮਯਾਬੀ ਨਹੀਂ ਹੋ ਸਕਦੀ, ਬਿਕੋਜ਼ ਫੈਮਿਲੀ ਜਿਹੜੀ ਹੈਗੀ ਹੈ ਉਹ ਆ ਕੇ ਕਹਿ ਸਕਦੀ ਹੈ ਇਸ ਗੱਲ ਨੂੰ ਕਿ ਯੂ نو ਵੀ ਵੁੱਡ ਨਾਟ ਵਾਂਟ ਦਿਸ ਟੂ ਹੈਪਨ. ਸੋ ਮੇਰੀ ਇਹੀ ਦਰਸ਼ਕਾਂ ਨੂੰ ਅਪੀਲ ਹੈਗੀ ਹੈ ਕਿ ਇਫ ਯੂ ਵਾਂਟ ਟੂ ਬੀ ਅ ਡੋਨਰ ਜਾਂ ਪ੍ਰੀਜ਼ਿਊਮ ਕੰਸੈਂਟ ਦੇ ਨਾਲ ਵੀ ਅਗਰ ਅਸੀਂ ਚੱਲੀਏ, ਦੈਨ ਤੁਸੀਂ ਆਪਣੇ ਫੈਮਿਲੀਜ਼ ਨੂੰ ਦੱਸ ਦਿਓ ਪਹਿਲਾਂ ਤੋਂ ਕਿ ਜੇ ਬਾਈ ਚਾਂਸ ਇਹ ਅਨਹੋਨੀ ਹੋ ਜਾਂਦੀ ਹੈ ਮੇਰੇ ਨਾਲ, ਦੈਨ ਪਲੀਜ਼ ਸਪੋਰਟ ਦਾ ਡਿਸੀਜਨ. ਹੁਣ ਇੰਡੀਆ ਵਿੱਚ ਮੇਰੇ 2 ਫਰੈਂਡਸ ਨੇ ਸਕੂਲ ਦੇ, ਉਹਨਾਂ ਦੋਨਾਂ ਦੇ ਪੇਰੈਂਟਸ ਨੇ ਇਹ ਡਿਸੀਜਨ ਲਿਆ ਸੀ ਜੇ ਅਸੀਂ ਪਾਸ ਕਰ ਜਾਈਏ ਤੇ ਸਾਡੀਆਂ ਬੋਡੀਆਂ ਨੂੰ ਨਾ ਮੈਡੀਕਲ ਕਾਲਜ ਵਿੱਚ ਦੇ ਦਿੱਤਾ ਜਾਵੇ ਰਿਸਰਚ ਦੇ ਵਾਸਤੇ. ਤੇ ਮੈਂ ਵੀ ਹੈਰਾਨਾ ਕਿ ਸੋਚ ਕਿੱਥੇ ਦੀ ਕਿੱਥੇ ਆ ਗਈ ਹੈ. ਉਹਨਾਂ ਦੋਨਾਂ ਬਜ਼ੁਰਗਾਂ ਨੂੰ ਮੈਡੀਕਲ ਕਾਲਜ ਵਿੱਚ ਫਿਰ ਲੈ ਕੇ ਗਏ ਤੇ ਉਹ ਮੈਡੀਕਲ ਸਟੂਡੈਂਟ ਨੂੰ ਰਿਸਰਚ ਵਾਸਤੇ ਉਹਨਾਂ ਨੇ ਬਾਡੀ ਡੋਨੇਟ ਕੀਤੀ ਹੈ. ਸੋ ਪਹਿਲਾਂ ਅਗਰ ਇਹ ਵਿਸ਼ ਦੱਸ ਦਿੱਤੀ ਜਾਵੇ, then the presumed consent will become a success. ਡਾਕਟਰ ਸਾਹਿਬ, ਜਦੋਂ ਤੁਸੀਂ ਕੋਈ ਬੰਦਾ ਡੋਨੇਟ ਕਰਦਾ ਹੈ, ਲਿਵਿੰਗ ਡੋਨਰ ਜਿਹੜਾ ਹੁੰਦਾ ਹੈ, ਇਜ਼ ਇਟ ਇੰਪੋਰਟੈਂਟ ਉਹ ਕੰਪਲਸਰੀ ਕਿ ਤੁਹਾਨੂੰ ਉਹਨੂੰ ਦੱਸਣਾ ਪੈਂਦਾ ਹੈ ਕਿ ਉਹ ਡੋਨਰ ਕਿਹਨੂੰ ਦਿੱਤਾ ਗਿਆ, ਕਿ ਉਹ ਵਿਸ਼ ਉਹਦੀ ਤੁਸੀਂ ਜ਼ਰੂਰੀ ਨਹੀਂ ਹੁੰਦਾ ਦੱਸਣਾ ਉਹਨੂੰ, ਬਿਕਾਜ਼ ਮੇਬੀ ਸਮ ਪੀਪਲ ਡੋਂਟ ਵਾਂਟ ਟੂ ਨੋ, ਸਮ ਪੀਪਲ ਰੀਅਲੀ ਵਾਂਟ ਟੂ ਨੋ ਕਿ ਮੇਰਾ ਪਾਰਟ ਕਿਹਨੂੰ ਦਿੱਤਾ ਗਿਆ ਡੋਨਰ. ਸੋ ਅਗੇਨ 2 ਟਾਈਪਸ ਆਫ ਡੋਨੇਸ਼ਨ ਨੇ.
ਜੇ ਅਸੀਂ ਡਿਸੀਜ਼ਡ ਜਾਂ ਕੈਡਾਵਰ ਡੋਨੇਸ਼ਨ ਦੀ ਗੱਲ ਕਰਦੇ ਹਾਂ, ਉਹ ਤੇ ਕਦੀ ਨਹੀਂ ਪਤਾ ਚੱਲੇਗਾ ਕਿ ਕਿਹੜਾ ਆਰਗਨ ਕਿਹਨੂੰ ਐਲੋਕੇਟ ਹੋਇਆ। ਉਹਦੇ ਸਟ੍ਰਿਕਟ ਕੌਨਫੀਡੈਂਸ਼ੀਅਲ ਰੂਲਸ ਨੇ। ਜਿਹੜੀ ਫੈਮਿਲੀ ਨੂੰ, ਜਿਹੜੇ ਪੇਸ਼ੈਂਟ ਨੂੰ ਕਿਡਨੀ ਮਿਲੀ ਜਾਂ ਲਿਵਰ ਮਿਲਿਆ, ਉਹਨੂੰ ਕਦੀ ਨਹੀਂ ਪਤਾ ਚੱਲੇਗਾ ਕਿ ਉਹ ਆਰਗਨ ਆਇਆ ਵੀ ਕਿੱਥੋਂ ਹੈ। ਦੇ ਵੁੱਡ ਬਿਲਕੁਲ। ਨਾਟ ਗੈਟ ਟੂ ਨੋ ਦੈਟ। ਉਹ ਖਾਲੀ ਇੱਕ ਥੈਂਕ ਯੂ ਲੈਟਰ ਦੇ ਦੇਣਗੇ, ਜਿਹੜਾ ਥਰੂ ਇੰਟਰਮੀਡੀਏਰੀ NHSBT SNOT ਦੇ ਦੁਆਰਾ ਡੋਨਰ ਫੈਮਿਲੀ ਨੂੰ ਦਿੱਤਾ ਜਾਏਗਾ, ਪਰ ਆਪਸੀ ਸੰਪਰਕ ਨਹੀਂ ਹੋਏਗਾ। ਹੁਣ ਆਈ ਗੱਲ ਲਾਈਵ ਡੋਨਰ ਦੀ। ਲਾਈਵ ਡੋਨਰ ਦੇ ਵਿੱਚ ਤੇ ਬਿਲਕੁਲ ਜੀ, ਜੇ ਹੁਣ ਮੈਂ ਆਪਣੀ ਬੇਟੀ ਨੂੰ ਜਾਂ ਮੇਰੀ ਬੇਟੀ ਮੈਨੂੰ ਡੋਨੇਟ ਕਰਨਾ ਚਾਹੁੰਦੀ ਹੈ, ਵੀ ਵੁੱਡ ਨੋ ਦੈਟ। ਇੱਕ ਹੋਰ ਹੁੰਦੇ ਨੇ ਡੋਨਰ, ਜਿਹਨੂੰ ਕਹਿੰਦੇ ਨੇ ਐਲਟਰੁਇਸਟਿਕ ਡੋਨਰ। ਐਲਟਰੁਇਸਟਿਕ ਡੋਨਰ ਕੌਣ ਹੁੰਦੇ ਆ? ਦੇਰ ਆਰ ਸਮ ਪੀਪਲ ਹੂ ਆਰ ਵੈਰੀ ਮਚ ਕੇਅਰਿੰਗ ਟੂਵਰਡਸ ਦ ਵਰਲਡ, ਤੇ ਉਹਨਾਂ ਦਾ ਜੀ ਕਰਦਾ ਹੈ ਕਿ ਅਸੀਂ ਭਲਾ ਕਰੀਏ। ਉਹ ਕਹਿੰਦੇ ਨੇ ਕਿ ਜੇ ਸਾਡੇ ਕੋਲ ਰੱਬ ਨੇ 2 ਕਿਡਨੀਆਂ ਦਿੱਤੀਆਂ ਨੇ, ਅਸੀਂ ਇੱਕ ਕਿਉਂ ਰੱਖੀਏ, ਅਸੀਂ ਕਿਸੇ ਨੂੰ ਦੇ ਦਈਏ। then that kidney will go to a stranger। ਉਹਨੂੰ ਕਹਿੰਦੇ ਨੇ ਐਲਟਰੁਇਸਟਿਕ ਡੋਨੇਸ਼ਨ। ਤੇ ਐਲਟਰੁਇਸਟਿਕ ਡੋਨੇਸ਼ਨ ਦੇ ਵਾਸਤੇ ਜੇ ਕੋਈ ਸਾਈਨ ਇਨ ਕਰਦਾ ਹੈ, ਤੇ ਉਹਨਾਂ ਦੀ ਕਿਡਨੀ ਅਸੀਂ ਲੈ ਲੈਂਦੇ ਆ, ਪਰ ਅਸੀਂ ਉਹਨੂੰ ਕਦੀ ਨਹੀਂ ਦੱਸਾਂਗੇ ਕਿ ਗਈ ਹੈ ਕਿਹਨੂੰ ਕਿਡਨੀ। ਅੱਛਾ ਉਹ ਕਦੀ ਵੀ ਡਾਇਰੈਕਟਡ ਡੋਨੇਸ਼ਨ ਵੀ ਇੰਨੀ ਈਜ਼ੀਲੀ ਨਹੀਂ ਕਰ ਸਕਦਾ ਆਮ ਤੌਰ 'ਤੇ, ਅਨਲੈਸ ਕਿ ਦੇ ਨੋ ਈਚ ਅਦਰ ਵੈਰੀ ਵੈਲ ਐਂਡ ਦੇ ਆਰ ਡੋਨੇਟਿੰਗ ਇਟ ਐਜ਼ ਅ ਡਾਇਰੈਕਟ ਡੋਨੇਸ਼ਨ। ਐਲਟਰੁਇਸਟਿਕ ਡੋਨਰ ਜਿਹੜਾ, ਉਹ ਕਦੀ ਇਹ ਵੀ ਨਹੀਂ ਕਹਿ ਸਕਦਾ ਕਿ ਮੇਰੀ ਕਿਡਨੀ ਫਲਾਣੇ ਰਿਲੀਜੀਅਸ ਸੈਕਟ ਨੂੰ ਜਾਵੇ, ਜੇ ਮੈਂ ਸਿੱਖ ਹਾਂ ਤੇ ਸਿੱਖ ਨੂੰ ਹੀ ਜਾਵੇ, ਜਾਂ ਇਦਾਂ ਦੀ ਕੋਈ ਪਾਬੰਦੀ ਨਹੀਂ ਲਾ ਸਕਦਾ। ਦੇयर इज ਐਬਸੋਲੂਟ ਕੌਨਫੀਡੈਂਸ਼ੀਅਲਿਟੀ। ਬਟ ਪਲਾਨਡ ਲਾਈਵ ਡੋਨੇਸ਼ਨ ਜਿਹੜੀ ਹੈਗੀ ਹੈ, ਉਹ ਡਿਫਰੈਂਟ ਹੁੰਦੀ ਹੈ, ਜਿਹਦੇ ਵਿੱਚ ਕਿ ਕੋਈ ਫੈਮਿਲੀ ਮੈਂਬਰ ਇੱਕ ਦੂਸਰੇ ਨੂੰ ਦੇ ਸਕਦੇ ਨੇ। ਜੋ ਡਾਕਟਰ ਸਾਹਿਬ ਸਵਾਲ ਬੜੇ ਹੈਗੇ ਨੇ, ਮੈਂ ਜ਼ਿਆਦਾ ਰਸ਼ ਨਹੀਂ ਕਰਦਾ, ਬਿਕੋਜ਼ ਜਿੰਨਾ ਐਕਸਪਲੇਨ ਕਰੋਗੇ ਉਨਾ ਬੈਟਰ ਹੈਗਾ। ਜ਼ਾਹਿਰ ਹੈ ਕਿ ਜਦੋਂ ਤੁਸੀਂ ਡੋਨਰ ਕੋਈ ਆਉਂਦਾ ਹੈ, ਤੁਸੀਂ ਉਹਦੇ ਮੈਡੀਕਲ ਹਿਸਟਰੀ ਦੇਖਦੇ ਹੋ। ਅਗਰ ਜੇ ਮੈਂ ਸਿੰਪਲ 2 ਚੀਜ਼ਾਂ ਦੀ ਗੱਲ ਕਰਾਂ, ਡਾਇਬੀਟੀਜ਼ ਐਂਡ ਬਲੱਡ ਪ੍ਰੈਸ਼ਰ, ਤੇ ਆਮ ਬੜੀ ਕਾਮਨ ਚੀਜ਼ ਹੈਗੀ ਹੈ, ਉਹ ਜਿਨ੍ਹਾਂ ਨੂੰ ਹੋਵੇ ਉਹ ਡੋਨਰ ਬਣ ਸਕਦੇ ਨੇ। ਬਿਲਕੁਲ ਜੀ। ਜਿਸ ਵੇਲੇ ਕੋਈ ਬੰਦਾ ਐਡਮਿਟ ਹੁੰਦਾ ICU ਵਿੱਚ, ਤੇ ਉਹਨਾਂ ਦੀ ਸਾਰੀ ਬਲੱਡ ਪ੍ਰੋਫਾਈਲ, ਹਰ ਚੀਜ਼ ਉਹਨਾਂ ਦੀ ਸਾਨੂੰ ਅਵੇਲੇਬਲ ਹੁੰਦੀ ਹੈ, ਤੇ ਉਹਨੂੰ ਦੇਖ ਕੇ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਬੰਦਾ ਡੋਨੇਟ ਕਰ ਸਕਦਾ ਹੈ ਕਿ ਨਹੀਂ। ਜਿਨ੍ਹਾਂ ਨੂੰ ਡਾਇਬੀਟੀਜ਼ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਜੇ ਉਹਨਾਂ ਦੀ ਕਿਡਨੀ ਫੰਕਸ਼ਨ ਨਾਰਮਲ ਹੈਗੀ ਹੈ, ਤੇ ਉਹਨਾਂ ਦੀ ਕਿਡਨੀ ਅਸੀਂ ਲੈ ਸਕਦੇ ਹਾਂ। ਤੇ ਜੇ ਕਿਸੇ ਬੰਦੇ ਦੀ ਕਿਡਨੀ ਖਰਾਬ ਹੈਗੀ ਹੈ, ਉਹ ਡਾਇਲਿਸਿਸ 'ਚ ਹੈਗਾ ਹੈ, ਅਸੀਂ ਉਹਦਾ ਕਿਡਨੀ ਨਹੀਂ ਤੇ ਉਹਦਾ ਲਿਵਰ ਲੈ ਸਕਦੇ ਹਾਂ। ਲਾਈਕਵਾਈਜ਼ ਵਾਈਸ ਵਰਸਾ ਵੀ ਟਰੂ ਹੈ। ਸੋ ਅਗਰ ਕੋਈ ਇੱਕ ਬੰਦਾ ਇੱਕ ਆਰਗਨ ਨਹੀਂ ਡੋਨੇਟ ਕਰ ਸਕਦਾ, ਉਹਦੇ ਦੂਸਰੇ ਅੰਗ ਲਿੱਤੇ ਜਾ ਸਕਦੇ ਨੇ, ਹਾਰਟ ਲੰਗ ਲਿੱਤਾ ਜਾ ਸਕਦਾ ਹੈ। ਸੋ ਆਰਗਨ ਸਪੈਸੀਫਿਕਲੀ ਐਲੋਕੇਟ ਹੁੰਦੇ ਨੇ, ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਹਾਨੂੰ ਸ਼ੂਗਰ ਹੈਗੀ ਹੈ, ਬਲੱਡ ਪ੍ਰੈਸ਼ਰ ਹੈ, ਤੁਸੀਂ ਕਿਡਨੀ ਨਹੀਂ ਡੋਨੇਟ ਕਰ ਸਕਦੇ। ਮੋਸਟ ਪੀਪਲ ਕੈਨ ਡੋਨੇਟ देयर ਆਰਗਨ। ਡਾਕਟਰ ਜੀ, ਇੱਕ ਤੋਂ ਦੂਸਰੇ ਬੜੇ ਓਨੈਸਟਲੀ ਮੈਨੂੰ ਇੰਨਾ ਇੰਟਰਸਟਿੰਗ ਲੱਗਦਾ ਹੈ। there could be anxiety in people if they agree to donate, ਤੇ ਉਹਦੇ could be ਉਹਨਾਂ ਦੀ ਜਿਹੜੀ death could be expedited or receive less care। ਇਹ ਕੁਛ ਹੈ ਇਹਦੇ ਬਾਰੇ ਕੋਈ ਕੀ ਟਰੂਥ ਹੈ ਇਹਦੇ ਵਿੱਚ? ਇਹ ਬਹੁਤ ਬੈਸਟ ਕੁਐਸਚਨ ਹੈ ਵਾਲਾ ਤੁਹਾਡੇ ਪੂਰੇ ਸ਼ੌਕ ਦਾ, ਵੈਰੀ ਪਰਟੀਨੈਂਟ ਐਕਚੁਅਲੀ। ਲੋਕਾਂ ਨੂੰ ਜਿਹੜੇ ਸਾਡੇ ਸੋਸ਼ਲ ਕਲਚਰਲ ਫੈਕਟਰ ਸਾਡੀ ਕਮਿਊਨਿਟੀਜ਼ ਵਿੱਚ ਹੈਗੇ ਨੇ, ਕਮਿੰਗ ਫਰਮ ਇੰਡੀਅਨ ਸਬ ਕੰਟੀਨੈਂਟ, ਇਹੀ ਰੀਜ਼ਨ ਹੈ ਮੇਨਲੀ ਕਿ ਲੋਕੀ ਡਰਦੇ ਨੇ ਕਿ ਸਾਡਾ ਡੈਥ ਐਕਸਪੀਡਾਈਟ ਕਰਾ ਦੇਣਗੇ। ਇਦਾਂ ਕਦੀ ਨਹੀਂ ਹੁੰਦਾ। ਜਿਹੜੀ ਟ੍ਰੀਟਮੈਂਟ ਤੇ ਜਿਹੜੀ ਕੇਅਰ ਹੈਗੀ ਹੈ, ਉਹ ਕੰਪਲੀਟਲੀ ਇੰਡੀਪੈਂਡੈਂਟ ਹੁੰਦੀ ਹੈ, ਤੇ ਟ੍ਰਾਂਸਪਲਾਂਟ ਟੀਮ ਦਾ ਕਦੀ ਵੀ ਇਸ ਡਿਸੀਜਨ ਦੇ ਵਿੱਚ ਇਨਵੋਲਵਮੈਂਟ ਨਹੀਂ ਹੁੰਦੀ ਕਿ ਕੋਈ ਬੰਦਾ ਡੋਨਰ ਹੋਵੇਗਾ ਕਿ ਨਹੀਂ। ਇੱਕ ਵਾਰੀ ਉਹ ਡਿਸੀਜਨ ਲੈ ਲਿੱਤਾ ਜਾਂਦਾ ਹੈ ਸੈਪਰੇਟਲੀ, ਫਿਰ ਜਾ ਕੇ ਕਿਤੇ ਟ੍ਰਾਂਸਪਲਾਂਟ ਟੀਮ ਨੂੰ ਇਨਵੋਲਵਮੈਂਟ ਕਰਦੇ, ਪਹਿਲੀ ਗੱਲ। ਸੋ ਡੈਥ ਦੀ ਐਕਸਪੀਡੀਸ਼ਨ ਜਿਹੜੀ ਹੈ, ਉਹ ਕਦੀ ਨਹੀਂ ਕੀਤੀ ਜਾਂਦੀ, ਨੈਵਰ। ਦੂਸਰੀ ਗੱਲ ਹੈ, ਬੋਡੀ ਮਿਊਟੀਲੇਸ਼ਨ ਦਾ ਲੋਕਾਂ ਨੂੰ ਡਰ ਹੁੰਦਾ ਕਿ ਬਈ ਚੀਰ ਫਾੜ ਕਰਨਗੇ। ਇਹ ਵੀ ਗਲਤ ਗੱਲ ਹੈ। ਜਿਹੜੀ ਆਰਗਨ ਡੋਨੇਸ਼ਨ ਹੁੰਦੀ ਹੈ, ਰਿਟਰੀਵਲ ਅਸੀਂ ਕਰਦੇ ਹਾਂ, ਮੈਂ ਜਾਂਦਾ ਰਹਿੰਦਾ, ਸਾਡੀ ਜਿਹੜੀ ਰਿਟਰੀਵਲਸ ਨੇ, ਦੇ ਆਰ ਐਥੀਕਲੀ ਕੰਡਕਟਡ ਲਾਈਕ ਐਨ ਆਪਰੇਸ਼ਨ। ਉਹਦੇ ਵਿੱਚ ਚੀਰਾ ਜਿਹੜਾ ਦਿੱਤਾ ਜਾਂਦਾ ਹੈ, ਉਹ ਪ੍ਰੋਪਰਲੀ ਸਰਜੀਕਲ ਟੈਕਨੀਕ ਦੇ ਹਿਸਾਬ ਦੇ ਨਾਲ ਦਿੱਤਾ ਜਾਂਦਾ ਹੈ, ਤੇ ਜਿਹੜੀ ਉਹਦੀ ਸਟਿਚਿੰਗ ਹੁੰਦੀ ਹੈ, ਉਹ ਬੜੀ ਨੀਟ ਐਂਡ ਕਲੀਨ ਹੁੰਦੀ ਹੈ, ਤੇ ਕਿੰਨੀਆਂ ਟਾਈਪ ਆਫ ਸਟਿਚਿੰਗ ਵਿਜ਼ੀਬਲ ਵੀ ਨਹੀਂ ਹੁੰਦੀਆਂ ਬਾਹਰੋਂ। ਜੇ ਤੁਸੀਂ ਆਰਗਨ ਡੋਨੇਸ਼ਨ ਦੇ ਬਾਅਦ ਕਿਸੇ ਦੀ ਬੋਡੀ ਦੇਖੋਗੇ, ਤੁਹਾਨੂੰ ਲੱਗੇਗਾ ਵੀ ਨਹੀਂ ਕਿ ਕੁਝ ਆਰਗਨ ਇਹਦੇ ਬੰਦੇ ਦੇ ਅਸੀਂ ਕੱਢੇ ਗਏ ਹੈ ਜਾਂ ਕੋਈ ਮਿਊਟੀਲੇਸ਼ਨ ਹੋਈ ਹੈ। ਸੋ ਇਟ ਇਜ਼ ਐਥੀਕਲੀ ਕੰਡਕਟਡ। ਸੋ ਇਹ ਦੋਨੋਂ ਚੀਜ਼ਾਂ ਨੂੰ ਮੈਂ ਬਹੁਤ ਰੀਅਸ਼ੋਰ ਕਰਨਾ ਚਾਹਾਂਗਾ ਆਪਣੀ ਕਮਿਊਨਿਟੀ ਨੂੰ ਕਿ there is nothing like that, there is no need to worry, nobody would expedite death, full care would be given and there will be no mutilation of the body। ਇੱਦਾਂ ਦੇ ਸਬਜੈਕਟ ਨੂੰ ਬੜਾ ਟਾਈਮ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਬਹੁਤ ਇੰਟੈਲੈਕਚੁਅਲ
ਐਜੂਕੇਸ਼ਨਲ ਸ਼ੋਅ ਹੁੰਦੇ ਨੇ ਤੇ 1 ਘੰਟੇ 'ਚ ਸਾਰਾ ਕੁਝ ਨਹੀਂ ਦੱਸਿਆ ਜਾਂਦਾ, ਪਰ ਫਿਰ ਵੀ ਜੋ ਡਾਕਟਰ ਸਾਹਿਬ ਦੱਸ ਰਹੇ ਨੇ ਬਹੁਤ ਬਹੁਤ ਇਫੈਕਟਿਵ ਹੈਗਾ, ਬੜਾ ਸਮਝਣ ਵਾਲੀ ਗੱਲ ਹੈਗੀ ਹੈ। ਡਾਕਟਰ ਜੀ, ਇੱਕ ਵੀ ਅਸੀਂ ਅਵੇਅਰ ਹੈਗੇ ਹਾਂ ਵੀ ਏਸ਼ੀਅਨਸ are more likely to be need of a kidney transplant, yeah, ਜੀ but less likely to donate. ਉਹਦੇ 'ਚ ਤੁਸੀਂ ਸਿਚੁਏਸ਼ਨ ਕਿੱਦਾਂ ਕੋਪ ਕਰਦੇ ਹੋ? ਜੀ ਇਹਦੇ ਵਾਸਤੇ ਤੁਸੀਂ ਹੁਣ ਮੈਨੂੰ ਕਿਹਾ ਤੁਸੀਂ ਡਾਕਟਰ ਬਣਨਾ ਚਾਹੁੰਦੇ ਸੀ, ਲੇਕਿਨ ਮੈਂ ਇਹ ਕਹਾਂਗਾ ਕਿ ਮੈਂ ਵੀਰ ਜੀ ਤੁਹਾਡੀ ਜਗ੍ਹਾ ਅਗਰ ਹੁੰਦਾ ਤੇ ਮੈਂ ਜ਼ਿਆਦਾ ਵਧੀਆ ਕੰਮ ਕਰਦਾ। ਦੇਖੋ ਤੁਸੀਂ ਅੱਜ ਇੰਨਾ ਸੋਹਣਾ ਪ੍ਰਚਾਰ ਕਰ ਰਹੇ ਹੋ ਅਕਾਲ ਚੈਨਲ ਨੂੰ, ਤੁਸੀਂ ਸਾਰੇ ਪਾਸੇ ਜੋ ਮੈਸੇਜ ਦੇ ਰਹੇ ਹੋ, ਤੁਹਾਡੇ ਵਰਗੇ ਜਿਹੜੇ ਸਾਡੇ ਸਿੰਘ ਬੰਧੂ ਨੇ, ਤੁਸੀਂ ਇਹ ਉਪਰਾਲਾ ਚੁੱਕੋ। ਤੁਸੀਂ ਜਿੱਦਾਂ ਕੰਮ ਕਰ ਰਹੇ ਹੋ ਅੱਜ ਡੋਨੇਸ਼ਨ ਵਾਸਤੇ, ਮੈਨੂੰ ਵੀ ਟਾਈਮ ਦਿੱਤਾ ਸੰਗਤਾਂ ਨੂੰ ਮੈਸੇਜ ਪਹੁੰਚਾਉਣ ਦਾ। ਦਿਸ ਇਜ਼ ਦ ਵੇ ਵੀ ਕੈਨ ਡੂ। ਬਾਕੀ ਸਾਡੇ ਜਿਹੜੇ ਰਿਲੀਜੀਅਸ ਲੀਡਰ ਨੇ, ਗੁਰਦੁਆਰੇ ਦੇ ਜਿਹੜੇ ਪ੍ਰਧਾਨ ਨੇ, ਉਹ ਸਾਰਿਆਂ ਨੂੰ ਚਾਹੀਦਾ ਹੈਗਾ ਕਿ ਕੰਸੋਰਸ਼ੀਅਮ ਬਣਾ ਕੇ ਟ੍ਰਾਂਸਪਲਾਂਟ ਟੀਮ ਦੇ ਨਾਲ ਜੁੜਨ ਤੇ ਗੁਰਦੁਆਰੇ ਵਿੱਚ ਸਾਨੂੰ ਇਨਵਾਈਟ ਕਰਨ। ਅਸੀਂ ਆ ਕੇ ਆਪਣੇ ਖਰਚੇ ਵਿੱਚ we are happy to come and give a lecture and spread the awareness। ਇਹ ਕੰਮ ਮੈਂ ਸ਼ੁਰੂ ਕੀਤਾ ਸੀਗਾ ਗੁਰਚਰਨ ਰੰਧਾਵਾ ਨਾਲ ਤੇ ਡਾਕਟਰ ਰਾਏ ਦੇ ਨਾਲ। ਫਿਰ ਕੋਵਿਡ ਆ ਗਿਆ ਜਿਹਦੇ ਕਰਕੇ ਕੁਝ ਬ੍ਰੇਕਾਂ ਲੱਗ ਗਈਆਂ, ਨਹੀਂ ਤਾਂ ਅਸੀਂ ਪਾਰਕ ਐਵੇਨਿਊ ਵਿੱਚ ਗਏ ਸੀ ਤੇ ਕਿੰਨੇ ਸਾਰੇ ਸਿੱਖ ਭਰਾ ਭੈਣ ਸਾਡੇ ਉਹ ਰਜਿਸਟਰ ਉਹਨਾਂ ਨੇ ਸਾਈਨ ਕੀਤੇ। ਇੱਥੇ ਰੌਚਡੇਲ ਮੌਸਕ 'ਚ ਵੀ ਮੈਂ ਗਿਆ, ਉੱਥੇ ਭਾਸ਼ਣ ਦਿੱਤਾ ਤੇ 400-500 ਬੰਦਾ ਫਟਾਫਟ ਰਜਿਸਟਰ 'ਚ ਉਹਨਾਂ ਨੇ ਸਾਈਨ ਕੀਤੇ। ਉਹਨਾਂ ਨੇ ਆ ਕੇ ਮੈਨੂੰ ਥੈਂਕ ਯੂ ਵੀ ਬੋਲਿਆ ਕਿ ਸਾਨੂੰ ਤੇ ਪਤਾ ਹੀ ਨਹੀਂ ਸੀਗਾ ਕਿ ਅਸੀਂ ਡੋਨੇਟ ਕਰ ਸਕਦੇ ਹਾਂ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਡਰ ਸੀਗਾ। ਤੇ ਹੋਰ ਇੱਕ ਇੰਟਰਸਟਿੰਗ ਗੱਲ ਇਹ ਵੀ ਵੀਰ ਜੀ ਮੈਂ ਦੱਸਣਾ ਚਾਹੁੰਦੇ ਆ ਕਿ ਇਟ ਇਜ਼ ਮੋਰ ਲਾਈਕਲੀ ਦੈਟ women come to donate to men rather than Really? men come to donate a kidney to women। ਇਹ ਵੀ ਬੜੀ ਇੰਟਰਸਟਿੰਗ ਗੱਲ ਹੈ। ਤੇ when we come to gender equality, there is no equality। The woman is definitely the better gender of the two। ਡਾਕਟਰ ਜੀ, ਸਵਾਲ ਬੜੇ ਬੇਸ਼ੁਮਾਰ, ਕੋਈ 3-4 ਮਿੰਟ ਰਹਿੰਦੇ ਨੇ, ਮੈਂ ਕੋਸ਼ਿਸ਼ ਕਰਦਾ ਜਿੰਨਾ ਕੰਪਲੀਟ ਹੋ ਸਕੇ। ਦਿਸ ਇਜ਼ ਆਫ ਦਾ ਰੈਕੋਰਡ ਅਗੇਨ, ਰੈਕੋਰਡ ਇਨ ਅ ਸੈਂਸ ਕੁਐਸਚਨ 'ਚ ਨਹੀਂ ਸੀਗਾ, ਗੱਲਾਂ ਚ ਆ ਗਿਆ। ਔਨ ਇੰਗਲਿਸ਼ ਚੈਨਲ 'ਚ ਉਹ ਤੁਹਾਨੂੰ ਦਿਖਾਉਂਦੇ ਨੇ ਜਦੋਂ ਐਕਚੁਅਲੀ ਆਪਰੇਸ਼ਨ ਕੰਡਕਟ ਕੀਤਾ ਜਾਂਦਾ। ਹੁਣ ਤੁਸੀਂ ਔਰਗਨ ਟ੍ਰਾਂਸਪਲਾਂਟ ਦੇ ਸਰਜਨ ਹੈਗੇ ਹੋ, ਇਜ਼ ਦੇਅਰ ਐਨੀ ਪੋਸੀਬਿਲਿਟੀ ਕਿ ਅਸੀਂ ਫਸਟ ਟਾਈਮ ਐਵਰ ਇੱਕ ਏਸ਼ੀਅਨ ਚੈਨਲ 'ਤੇ ਵਿਦ ਦਾ ਕੰਸੈਂਟ ਆਫ ਦਾ ਫੈਮਿਲੀ ਦਿਖਾ ਸਕਦੇ ਹਾਂ ਕੋਈ ਸਮਥਿੰਗ ਵਿਚ ਇਜ਼ ਨੋਟ ਅ ਮੇਜਰ ਆਪਰੇਸ਼ਨ, ਕੋਈ ਟ੍ਰਾਂਸਪਲਾਂਟ ਹੁੰਦਾ ਹੋਵੇ? ਤੁਸੀਂ ਇਹਦੇ ਪੋਸੀਬਿਲਿਟੀ ਕਿ ਹੋ ਸਕਦਾ? ਜੀ ਬਿਲਕੁਲ, ਮੇਰੇ 2 ਪ੍ਰੋਗਰਾਮ ਹੈਗੇ ਨੇ। ਇੱਕ ਮੈਂ ਐਲਟਰੁਇਸਟਿਕ ਡੋਨਰ ਤੋਂ ਕਿਡਨੀ ਲਈ ਸੀ ਗਾਇਜ਼ ਹਸਪੀਟਲ, ਦੈਟ ਇਜ਼ ਕਾਲਡ ਮਾਈ ਕਿਡਨੀ ਐਂਡ ਮੀ। ਉਹ ਹੈਗਾ ਪਬਲਿਕ ਡੋਮੇਨ 'ਚ, ਟੌਮ ਕਲੈਡਵਿਨ ਨਾਂ ਦਾ ਮੁੰਡੇ ਨੇ ਡੋਨੇਟ ਕੀਤਾ ਸੀ। ਦੈਟ ਇਜ਼ ਅਵੇਲੇਬਲ ਔਨ ਦਾ ਚੈਨਲ। ਤੇ ਇੱਕ ਸੀਗਾ ਸੇਵਿੰਗ ਬ੍ਰਿਟਨ ਲਾਈਵਸ, ਉਹਦੇ ਵਿੱਚ ਮੈਂ ਆਈ ਵਾਜ਼ ਦ ਸਰਜਨ ਹੂ ਰਿਪਰੈਜ਼ੈਂਟਡ ਦ ਟ੍ਰਾਂਸਪਲਾਂਟ ਕਮਿਊਨਿਟੀ and I transplanted a kidney in a patient। ਇਹ 2 ਪ੍ਰੋਗਰਾਮ ਹੈਗੇ ਨੇ BBC ਵਿੱਚ। But of course if you would like to participate, then we can speak to our Manchester Foundation Trust or other trust, and we certainly can facilitate a media coverage in our Asian channel to spread the good information, of course। ਭਾਜੀ, ਥੈਂਕ ਯੂ ਵੈਰੀ ਮਚ। ਮੈਂ ਓਪਨ TV ਦੇ ਵਿੱਚ, ਨੈਸ਼ਨਲ TV ਦੇ ਵਿੱਚ ਤੁਹਾਨੂੰ ਰਿਕੁਐਸਟ ਪੁੱਛਿਆ, ਪਰ ਦਾ ਕੁਆਟਰ ਆਫ ਲੀਗੈਲਿਟੀ ਮੈਨੂੰ ਥਰੂ ਜਾਣੀ ਪਏਗੀ। checking with the management, checking with the apni sangat nal, how do they feel? We have to have like koi prime time de upar dikhana payega, koi is tarah da tarika। I will pass through all that. Hopefully I'll be in touch with you, and obviously I really would like to be the Aakaal channel to be one of the very first one kuch is tarah da dikhaya jave। ਡਾਕਟਰ ਸਾਹਿਬ, ਇੱਕ ਹੋਰ ਗੱਲ ਹੈਗੀਆਂ ਨੇ, ਸਾਡੇ ਈਸਟਰਨ ਅਤੇ ਵੈਸਟਰਨ ਕੰਟਰੀ 'ਚ ਬੜਾ ਫਰਕ ਹੈ, ਹਰ ਚੀਜ਼ ਦੇ ਵਿੱਚ ਫਰਕ ਹੈਗਾ ਆ। ਮੈਡੀਕਲ ਤਾਂ ਬੜੇ ਐਡਵਾਂਸ ਹੈਗੇ ਆ ਈਸਟਰਨ ਕੰਟਰੀ 'ਚ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਵਾਈ ਇਜ਼ ਇਟ ਜਿਹੜੇ ਡਿਸੀਜ਼ਡ ਡੋਨਰ ਹੈਗੇ ਮੋਰ ਇਨ ਵੈਸਟਰਨ ਕੰਟਰੀਜ਼ ਦੈਨ ਇਨ ਦੀ ਈਸਟ ਦੇ ਵਿੱਚ, ਜਾਂ ਮੈਂ ਇੰਡੀਆ ਦੀ ਗੱਲ ਕਰਾਂ ਜਾਂ ਕਿਤੇ ਹੋਰ ਦੀ ਵੀ ਕਰਾਂ? ਜੀ ਦ ਫਸਟ ਰੀਜ਼ਨ ਆਈ ਮੈਂਸ਼ਨਡ ਵਾਸ ਕਿ ਚਰਚ ਵੱਲੋਂ ਜਿਹੜੀ ਸਪੋਰਟ ਮਿਲ ਗਈ ਹੈ ਕਿ ਬ੍ਰੇਨ ਡੈਡ ਇਜ਼ ਡੈਡ ਮੰਨ ਲਿੱਤਾ ਜਾਵੇ। ਨਹੀਂ ਤਾਂ ਪਹਿਲਾਂ ਕਹਿੰਦੇ ਸੀ ਹਾਰਟ ਜਦ ਤੱਕ ਬੰਦ ਨਹੀਂ ਹੁੰਦਾ ਬੰਦਾ ਡੈਡ ਨਹੀਂ। ਉਹ ਜਿਹੜੀ ਚਰਚ ਦੀ ਸੈਂਕਸ਼ਨ ਸੀਗੀ, ਉਹ ਵੈਸਟਰਨ ਵਰਲਡ ਵਿੱਚ ਉਹਨੇ ਕ੍ਰਿਸਚੀਅਨ ਸੋਸਾਇਟੀ ਦੇ ਵਿੱਚ ਆਰਗਨ ਡੋਨੇਸ਼ਨ ਦੀ ਬੂਮ ਲੈਂਦੀ, ਤੇ ਇਹਨਾਂ ਨੂੰ ਇੰਨਾ ਕਲੀਅਰ ਕੱਟ ਮੈਸੇਜ ਮਿਲ ਗਿਆ ਪੋਪ ਤੋਂ ਕਿ ਭਾਈ ਅਸੀਂ ਦੇ ਸਕਦੇ ਹਾਂ। ਸਾਡੀ ਕਮਿਊਨਿਟੀ ਦੇ ਵਿੱਚ ਸ਼ਾਇਦ ਇਹ ਥੋੜਾ ਜਿਹਾ ਲੈਕ ਕਰਦਾ ਹੈ। ਦੂਸਰਾ, ਸੋਸ਼ਲ ਐਂਡ ਕਲਚਰਲ ਬੈਰੀਅਰਸ ਜਿਹੜੇ ਹੈਗੇ ਨੇ, ਉਹ ਸੀ ਅਗਰ ਉਹਨਾਂ ਨੂੰ ਐਡਰੈਸ ਕਰੀਏ ਥਰੂ ਐਜੂਕੇਸ਼ਨਲ ਅਵੇਅਰਨੈਸ, ਥਰੂ ਕੈਂਪਸ ਐਂਡ ਗੁਰਦੁਆਰਿਆਂ, ਮੌਸਕ ਤੇ ਟੈਂਪਲਸ ਤੇ ਜਾ ਕੇ ਜਿੰਨਾ ਅਸੀਂ ਜ਼ਿਆਦਾ ਇਹਨੂੰ ਸਪਰੈਡ ਕਰਾਂਗੇ, then I think that we will certainly be able to catch up।
ਮੈਂ ਇੰਡੀਆ ਵਿੱਚ ਵੀ ਕਾਫੀ ਕਮਿਊਨਿਟੀਜ਼ ਵੇਖੀਆਂ ਨੇ ਜਿਹੜੀਆਂ ਅੱਗੇ ਆ ਕੇ ਡੋਨੇਟ ਕਰਦੇ ਨੇ, ਐਂਡ ਮੈਜੋਰਿਟੀ ਆਫ ਦਾ ਕਮਿਊਨਿਟੀਜ਼ ਆਰ ਦੋਸ ਕਮਿਊਨਿਟੀਜ਼ ਹੂ ਆਰ ਐਜੂਕੇਟਿਡ। ਤਾਂ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਇਜ਼ ਦਾ ਬੈਰੀਅਰ। ਜੇ ਐਜੂਕੇਟਿਡ ਫੋਕਸ ਹੋਣਗੇ then it is not going to be an issue for any community to donate. I do not think ਕਿ ਫਿਰ religion as such ਉਹ barrier create ਕਰਦਾ ਹੈ, because Saudi Arabia ਵਿੱਚ ਵੀ there is a big boom going towards cadaver donation, and Middle Eastern ਕੰਟਰੀਆਂ ਦੇ ਵਿੱਚ ਵੀ ਹੁਣ ਕਾਫੀ ਇਹ ਲੋਕਾਂ ਨੇ ਉਪਰਾਲਾ ਚੁੱਕਿਆ ਹੈਗਾ। ਸੋ ਮੈਸੇਜ ਮੇਰਾ ਸਿੰਪਲ ਹੈਗਾ ਕਿ the religious bodies have to play a big role। ਤੁਸੀਂ ਇੱਕ ਗੱਲ ਸੋਚੋ, ਇੱਕ ਪੋਪ ਦੇ ਸੈਂਕਸ਼ਨ ਤੋਂ ਕਿੰਨੀ ਵੱਡੀ ਗਿਫਟ ਮਿਲ ਗਈ ਹੈ ਮੈਨਕਾਈਂਡ ਨੂੰ, ਗਿਫਟ ਆਫ ਲਾਈਫ ਜਿਹੜੇ ਦੇ ਰਹੇ ਨੇ ਇੱਥੇ ਦੀ ਸੋਸਾਇਟੀ। ਜੇ ਸਾਡੇ ਰਿਲੀਜੀਅਸ ਲੀਡਰਸ ਵੀ ਅੱਗੇ ਆ ਕੇ ਇਹ ਕੰਮ ਕਰਨ, then I think we will be able to catch up very soon। ਡਾਕਟਰ ਸਾਹਿਬ ਟਾਈਮ ਬੜੀ ਫਾਸਟ ਚੱਲ ਗਿਆ। ਓਨੈਸਟਲੀ ਮੈਂ ਹਮੇਸ਼ਾ ਕਹਿੰਦਾ ਨਾ 2 ਘੰਟੇ ਹੋਣ, ਜਦੋਂ 2 ਹੋਣਗੇ ਫਿਰ ਮੈਂ ਕਹੂੰਗਾ 3 ਹੋਵੇਗਾ। ਡਾਕਟਰ ਸਾਹਿਬ ਮੇਰੇ ਦਿਮਾਗ ਖਿਆਲ ਹੈ, ਬੜੇ ਲੋਕਾਂ ਦੇ ਮੈਸੇਜ ਵੀ ਆਉਂਦੇ ਹੁੰਦੇ ਨੇ ਕਿ ਅੱਛਾ ਤੁਸੀਂ ਡਾਕਟਰ ਸਾਹਿਬ ਬੜੀ ਦੂਰ ਰਹਿੰਦੇ ਨੇ ਬਾਈ ਦਾ ਵੇ, ਇਸ ਕਰਕੇ ਅਸੀਂ ਵੀਡੀਓ ਕਾਲ ਦੇ ਥਰੂ ਗੱਲਬਾਤ ਹੋ ਰਹੀ ਹੈ। ਡਾਕਟਰ ਜੀ ਕਦੀ ਕੋਸ਼ਿਸ਼ ਕਰਿਓ, ਕਦੇ ਵੀ ਤੁਹਾਡਾ ਮੌਕਾ ਲੱਗਿਆ ਜਦੋਂ ਜੂਨੀਅਰ ਡਾਕਟਰ ਵਾਪਸ ਆ ਗਏ ਸਟ੍ਰਾਈਕ ਤੋਂ, ਕਿ ਤੁਸੀਂ ਸਟੂਡੀਓ ਆਓ ਅਤੇ ਅਸੀਂ ਨਾ ਇੱਕ ਦਫਾ ਕਾਲ ਲਾਈਵ ਲੈ ਸਕੀਏ ਤਾਂ ਕਿ ਲੋਕ ਤੁਹਾਡੇ ਨਾਲ ਸਵਾਲ ਜਵਾਬ ਕਰ ਸਕਣ। ਦੈਟ ਬੀ ਵੈਰੀ ਗੁੱਡ ਆਈਡੀਆ। ਐਬਸੋਲੂਟਲੀ ਜੀ, ਆਈ ਡੂ ਲੁੱਕ ਫਾਰਵਰਡ ਟੂ ਦੈਟ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਮੈਂ ਰੀਅਲੀ ਐਪਰੀਸ਼ੀਏਟ ਕਰਦਾ ਕਿ ਤੁਸੀਂ ਟਾਈਮ ਕੱਢ ਕਰਕੇ ਬੜਾ ਇੰਪੋਰਟੈਂਟ ਤੁਸੀਂ ਮੈਸੇਜ ਦਿੱਤਾ ਲੋਕਾਂ ਨੂੰ, ਐਂਡ ਮੈਂ ਹਮੇਸ਼ਾ ਕਹਿੰਦਾ ਲੋਕਾਂ ਨੂੰ ਕਿ ਮੈਂ ਉਮੀਦ ਰੱਖਦਾ ਤੁਹਾਨੂੰ ਪ੍ਰੋਗਰਾਮ ਅੱਛਾ ਲੱਗਿਆ ਹੋਏ। ਪਲੀਜ਼ ਆਪਣੀ ਫੀਡਬੈਕ ਦਿਆ ਕਰੋ। ਦੇਖੋ ਇੱਦਾਂ ਦੇ ਪ੍ਰੋਗਰਾਮ ਅਰੇਂਜ ਕਰਨੇ ਦੇ ਆਰ ਨੋਟ ਈਜ਼ੀ। ਆਪਣੇ ਭਾਜੀ ਬਹੁਤ ਸੀਨੀਅਰ ਔਰਗਨ ਟ੍ਰਾਂਸਪਲਾਂਟ ਦੇ ਸਰਜਨ ਹੈਗੇ ਨੇ, ਐਂਡ ਸਟਿਲ ਅਕਾਲ ਚੈਨਲ ਨੂੰ ਲੋਕ ਪਿਆਰ ਮੁਹੱਬਤ ਕਰਕੇ ਮੈਨੇਜ ਟੂ ਗੈਟ ਹਿਮ ਔਨ ਦਾ ਸ਼ੋ। ਅਤੇ ਉਮੀਦ ਰੱਖਦੇ ਹਾਂ ਅਗਲੇ ਵੀਕ ਕੋਈ ਅੱਛਾ ਹੋਰ ਗੈਸਟ ਲੈ ਕੇ ਆਵਾਂਗੇ। ਹਰ ਗੈਸਟ ਅੱਛੇ ਹੁੰਦੇ ਨੇ ਤਰ੍ਹਾਂ ਦੇ, ਪਰ ਹਰ ਦਫਾ ਮੈਡੀਕਲ ਸ਼ੋਅ ਨਹੀਂ ਕੀਤਾ ਜਾਂਦਾ ਕਿਉਂਕਿ ਹਰ ਬੰਦੇ ਨੂੰ ਚਾਂਸ ਦੇਣਾ ਪੈਂਦਾ। ਉਮੀਦ ਰੱਖਦਾ ਸ਼ੋਅ ਤੁਹਾਨੂੰ ਅੱਛਾ ਲੱਗਿਆ ਹੋਵੇਗਾ। ਨੈਕਸਟ ਵੀਕ ਮੁਲਾਕਾਤ ਹੋਵੇਗੀ ਅਤੇ ਅਸੀਂ ਫਤਿਹ ਬੁਲਾਉਂਦੇ ਹਾਂ। ਰੱਬ ਸਾਰਿਆਂ ਨੂੰ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।